ਤੇ ਮੈਨੂੰ ਇੰਦਰਾ ਗਾਂਧੀ ਨੂੰ ਮਿਲਣ ਲਈ ਅਪਾਇੰਟਮੈਂਟ ਦੀ ਲੋੜ ਨਹੀਂ ਹੁੰਦੀ ਸੀ, ਮੈਂ ਸਿੱਧਾ ਜਾਂਦਾ ਸੀ, ਉਹ ਮਿਲਦੀ ਸੀ। ਪੁਲਿਸ ਵਾਲਾ ਆਉਂਦਾ, ਉਹ ਪਿਸਤੌਲ ਲੈ ਕੇ ਚਲੇ ਜਾਂਦਾ ਔਰ ਉਹ ਪਿਸਤੌਲ ਜਿਹੜਾ ਹੈਗਾ ਉਹਨੂੰ ਰਿਕਵਰੀ ਕਿਤੋਂ ਹੋਰ ਦਿਖਾਈ ਜਾਂਦੀ ਹੈ। ਸੋ ਇਹ ਸਾਰਾ ਕੁਝ ਕੈਮਾਫਲੈਜ ਸੀਗਾ, ਪੋਲੀਟੀਕਲ ਮਰਡਰ ਹੈ, ਇਹਦੀ ਕੌਨਸਪੀਰੇਸੀ ਅੱਜ ਤੱਕ ਨਿਕਲਣ ਨਹੀਂ। ਪਹਿਲੀ ਦਫਾ ਮੈਂ ਯੂਥ ਅਕਾਲੀ ਦਲ ਬਣਾਉਣਾ ਵਾ। ਅੱਜ ਤੱਕ ਯੂਥ ਅਕਾਲੀ ਦਲ ਦਾ ਕਨਸੈਪਟ ਹੀ ਨਹੀਂ ਸੀ ਅਕਾਲੀ ਦਲ ਦੇ ਵਿੱਚ। ਮੇਰੇ ਯੂਥ ਅਕਾਲੀ ਦਲ ਬਣਾਉਣ ਤੋਂ ਬਾਅਦ ਅਕਾਲੀ ਦਲ ਨੇ ਵੀ ਬਣਾਇਆ। ਏਡੇ ਕਾਲਜ ਸਕੂਲ ਮਸਲੇ ਹੱਲ ਕਰਨ ਤੋਂ ਬਾਅਦ ਗੋਲੀ ਮਿਲੀ, ਕੌਣ ਪੁੱਛਣ ਆਇਆ ਸਾਨੂੰ? ਅੱਜ 95 ਆ ਗਿਆ, 81 ਡੈਥ ਹੋਈ, 14 ਸਾਲ ਹੋ ਗਏ, 15 ਸਾਲ। ਜੇ ਜਥੇਦਾਰ ਸੰਤੋਖ ਸਿੰਘ ਜੀ ਦੇ ਹੁੰਦੇ ਤੇ 84 ਰੁਕ ਜਾਂਦੇ। ਅਟਲ ਬਿਹਾਰੀ ਵਾਜਪਾਈ ਜੀ ਉਹ ਆਖਦੇ ਨੇ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ। ਉਹ ਤਾਂ ਨਹੀਂ 406 ਸੀਟਾਂ ਜਿੱਤ ਸਕਦੀ। ਹਿੰਦੁਸਤਾਨ 'ਚ ਸਾਡਾ ਕਤਲੇਆਮ ਹੋਣ ਤੋਂ ਬਾਅਦ ਜਿਹੜਾ ਰਾਜੀਵ ਗਾਂਧੀ ਹੈ ਉਹ 406 ਸੀਟਾਂ ਲੈ ਕੇ ਆਉਂਦਾ ਹੈ। ਮੈਂ ਸਮਝਦਾ ਉਹ ਨਫ਼ਰਤ ਦੇ ਬੀਜ ਬੋਏ ਸੀਗੇ। ਇੰਦਰਾ ਗਾਂਧੀ ਦੀ ਜਿਹੜੇ ਐਡਵਾਈਜ਼ਰ ਸੀ ਉਹਨਾਂ ਦੀ ਸੋਚ ਸੀਗੀ ਕਿ ਇਹ ਆਪੋ 'ਚ ਇਹਨਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ, ਇਹ ਅੱਗ ਨੂੰ ਹੋਰ ਤੇਜ਼ ਕੀਤਾ ਜਾਵੇ, ਉਹਦਾ ਪੋਲੀਟੀਕਲ ਲਾਹਾ ਅਸੀਂ ਲਵਾਂਗੇ। ਅਸੀਂ ਜਰਾ ਜੀ ਨਿੱਕੇ ਨਿੱਕੇ ਚੈਨਲ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ, ਵੈਬ ਚੈਨਲ ਨੂੰ ਬੰਦ ਕਰ ਦਿੱਤਾ ਜਾਂਦਾ। ਆਜ਼ਾਦੀ ਨਹੀਂ ਹੈਗੀ ਤੁਹਾਡੇ ਕੋਲ ਬੋਲਣ ਦੀ। ਲੇਕਿਨ ਅੱਜ ਦੀ ਕਮੇਟੀਆਂ ਤੇ ਜਿਹੜੇ ਕਾਬਜ਼ ਬੈਠੇ ਨੇ ਉਹਨਾਂ ਨੇ ਆਪਣੀ ਵੋਟੀ ਲਈ ਵੀ ਟਿਕਟ ਲੈਣੀ ਹੈ ਕਾਉਂਸਲਰ ਦੀ, ਆਪਣੇ ਲਈ MLA ਦੀ ਲੈਣੀ ਹੈ ਜਾਂ MP ਦੀ ਟਿਕਟ ਲੈਣੀ ਹੈ, ਤੇ ਉਹ ਸਰਕਾਰ ਦੀ ਬੋਲੀ ਬੋਲਣ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਵਿੰਟੇਜ ਸਟੂਡੀਓ। ਮੈਂ ਕੁਲਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਦਿੱਲੀ 1984 ਲੜੀ ਦੇ ਤਹਿਤ ਅੱਜ ਤੁਹਾਡੀ ਮੁਲਾਕਾਤ ਹੋਵੇਗੀ ਸਰਦਾਰ ਮਨਜੀਤ ਸਿੰਘ ਜੀਕੇ ਜੀ ਹੋਰਾਂ ਨਾਲ, ਜਿਨ੍ਹਾਂ ਦੇ ਪਰਿਵਾਰ ਦਾ ਇੱਕ ਬਹੁਤ ਵੱਡਾ ਇਤਿਹਾਸ ਰਿਹਾ ਹੈ। ਉਹਨਾਂ ਨੇ ਆਪਣੇ ਪਿਤਾ ਜੀ ਦੀ ਸੋਚ ਮੈਂ ਮਰਾਂ ਮੇਰਾ ਪੰਥ ਜੀਵੇ, ਉਸ ਨੂੰ ਅੱਗੇ ਲੈ ਕੇ ਆਪਣੀ ਪਾਰਟੀ ਜਾਗੋ ਰਾਹੀਂ ਇਸ ਲੈਗੇਸੀ ਨੂੰ ਵਧਾਇਆ ਹੈ। ਸੋ ਗੱਲਬਾਤ ਕਰਦੇ ਹਾਂ ਉਹਨਾਂ ਦੇ ਪਰਿਵਾਰਿਕ ਪਿਛੋਕੜ ਬਾਰੇ ਔਰ ਸਿੱਖ ਰਾਜਨੀਤੀ ਵਿੱਚ ਉਹਨਾਂ ਦਾ ਕੀ ਕੁਰਬਾਨੀਆਂ ਰਹੀਆਂ ਨੇ, ਕੀ ਇਤਿਹਾਸ ਰਿਹਾ ਹੈ। ਸੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਥੈਂਕ ਯੂ, ਥੈਂਕ ਯੂ। ਸੋ ਜੇ ਸ਼ੁਰੂਆਤ ਕਰੀਏ, ਤੁਹਾਡੇ ਪਿਤਾ ਜੀ ਸਰਦਾਰ ਜਥੇਦਾਰ ਸੰਤੋਖ ਸਿੰਘ ਦਾ ਇੱਕ ਬਹੁਤ ਵੱਡਾ ਨਾਮ ਰਿਹਾ ਹੈ ਸਿੱਖ ਇਤਿਹਾਸ ਦੇ ਵਿੱਚ। ਸੋ ਮੈਂ ਚਾਹੁੰਦੀ ਹਾਂ ਕਿ ਉਸ ਪਿਰਤ ਨੂੰ ਤੁਸੀਂ ਅੱਗੇ ਜਾਰੀ ਰੱਖਿਆ, ਇਸ ਬਾਰੇ ਸਾਰੀ ਗੱਲਬਾਤ ਕਰਾਂਗੇ। ਪਰ ਸ਼ੁਰੂਆਤ ਕੀਤੀ ਜਾਵੇ ਸ਼ੁਰੂ ਤੋਂ। ਪਰਿਵਾਰ ਦਾ ਪਿਛੋਕੜ ਕੀ ਹੈ? ਮੈਨੂੰ ਪਤਾ ਲੱਗਿਆ ਕਿ ਪੰਜਾਬ ਤੋਂ ਹੈ, ਸੋ ਦਿੱਲੀ ਕਿਵੇਂ ਆਏ ਉਸ ਬਾਰੇ ਦੱਸੋ। ਅਸੀਂ ਜਲੰਧਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਹਾਂ ਜੀ। ਜੀ। ਮੇਰੇ ਦਾਦਕੇ ਜਿਹੜੇ ਆ ਪਿਤਾ ਵਾਲੀ ਸਾਈਡ ਜਿਹੜੀ ਹੈ ਜੀ ਜੀ। ਇਹ ਪਿੰਡ ਕੋਟ ਬਾਦਲ ਖਾਂ ਜਿਹੜੀ ਨੂਰ ਮਹਿਲ ਦੇ ਕੋਲ ਬਿਲਕੁਲ ਨੇੜੇ ਪੈਂਦੀ ਹੈ। ਹਾਂਜੀ। ਔਰ ਫਲੋਰ ਤੋਂ ਆਪਾਂ ਮੁੜੀ ਦਾ GT ਰੋਡ ਤੋਂ ਤੇ ਤਾਂ ਜਾਣਾ ਪੈਂਦਾ ਹੈ। ਮੇਰੇ ਜਿਹੜੇ ਮਦਰ ਸਾਈਡ ਹੈ ਉਹ ਨਕੋਦਰ ਦੇ ਨਾਲ ਚੱਕ ਬਾਗੜੀਆਂ ਜਾਂ ਛੋਟਾ ਚੱਕ ਕਿਹਾ ਜਾਂਦਾ ਸੀ। ਇਹ ਸ੍ਰੀ ਸ਼ੰਕਰ ਬਿਲਕੁਲ ਨਾਲੋਂ ਨਾਲ ਹੈਗੇ ਆ, ਤੇ ਇਹ ਉੱਥੋਂ ਦੇ ਜੰਪਲ ਸੀਗੇ। ਤੇ 15-16 ਸਾਲ ਦੀ ਉਮਰ 'ਚ ਵਿਆਹ ਹੋ ਗਿਆ ਔਰ ਮੇਰੇ ਪਿਤਾ ਔਰ ਮੇਰੇ ਮਾਤਾ ਦੇ ਉਮਰ ਦਾ ਕੋਈ ਬਹੁਤਾ ਫਰਕ ਨਹੀਂ ਸੀ, ਸਾਲ ਡੇਢ ਦਾ ਹੀ ਫਰਕ ਸੀਗਾ। ਤੇ ਆਜ਼ਾਦੀ ਤੋਂ ਪਹਿਲੇ ਲਾਹੌਰ ਗਏ ਬਰੀਫਲੀ, ਤਦ ਤੱਕ ਉਹ ਪਾਰਟੀਸ਼ਨ ਦੇ ਰੌਲਾ ਪੈਣ ਲੱਗ ਪਿਆ। ਤੇ 1948 ਦੇ ਵਿੱਚ ਜਥੇਦਾਰ ਜੀ ਫਿਰ ਸਿੱਧਾ ਦਿੱਲੀ ਆ ਜਾਂਦੇ ਨੇ। ਦਿੱਲੀ ਆਉਂਦੇ ਨੇ ਤੇ ਉਦੋਂ ਬੱਚਾ ਕੋਈ ਨਹੀਂ ਸੀਗਾ, ਦੋਵੇਂ ਮੀਆਂ ਬੀਵੀ ਸੀਗੇ। ਤੇ ਉਹਨਾਂ ਨੇ ਆ ਕੇ ਨਈ ਸੜਕ ਜਿਹੜਾ ਚਾਂਦਨੀ ਚੌਕ ਦੇ ਨਾਲ ਲੱਗਦਾ, ਸੀਸਗੰਜ ਸਾਹਿਬ ਦੇ ਨਾਲ ਲੱਗਦਾ, ਉੱਥੇ ਆ ਕੇ ਉਹਨਾਂ ਦਾ ਮਾਮਾ ਜੀ ਦਾ ਕਾਫੀ ਅੱਛਾ ਕੰਮ ਸੀ, ਕੱਪੜੇ ਦਾ ਕੰਮ ਸੀ, ਦਰਜੀ ਦਾ ਕੰਮ ਵੀ ਕਰਦੇ ਸੀ। ਤੇ ਮੇਰੇ ਪਿਤਾ ਨੇ ਉੱਥੇ ਦਰਜੀ ਦਾ ਕੰਮ ਸ਼ੁਰੂ ਕੀਤਾ ਔਰ ਨੌਕਰੀ ਉਹਨਾਂ ਕੋਲੋਂ ਲਈ। ਤੇ ਹੌਲੀ ਹੌਲੀ ਉਹਨਾਂ ਨੇ ਹੈਮਿਲਟਨ ਰੋਡ ਉੱਥੇ ਇੱਕ ਜਿੱਦਾਂ ਖੋਖੇ ਅਲਾਟ ਹੁੰਦੇ ਸੀਗੇ, ਉਹ ਖੋਖਾ ਅਲਾਟ ਕੀਤਾ ਔਰ ਆਪਣਾ ਉਹਨਾਂ ਨੇ ਉੱਥੇ ਵਿਵਸਾਏ ਸ਼ੁਰੂ ਕੀਤਾ। ਔਰ ਜਿਹੜਾ ਕਸ਼ਮੀਰੀ ਗੇਟ ਏਰੀਆ ਉੱਥੇ ਕਿਰਾਏ ਦਾ ਮਕਾਨ ਲਿਆ ਸੀਗਾ। ਲੇਕਿਨ ਡਿਊਰਿੰਗ ਨਈ ਸੜਕ ਔਰ ਈਵਨ ਹੈਮਿਲਟਨ ਰੋਡ ਸੀਸਗੰਜ ਸਾਹਿਬ ਸੇਵਾ ਕਰਨ ਜਾਇਆ ਕਰਦੇ ਸੀਗੇ, ਜੋੜਿਆਂ ਦੀ, ਲੰਗਰਾਂ ਦੀ। ਮੇਰੇ ਮਦਰ ਵੀ ਜਾਂਦੇ ਸੀਗੇ।
ਤੇ ਉੱਥੇ ਮਾਸਟਰ ਤਾਰਾ ਸਿੰਘ ਦਾ ਆਣਾ ਹੁੰਦਾ ਸੀਗਾ, ਅਕਾਲੀ ਲੀਡਰਸ਼ਿਪ ਦਾ ਆਣਾ ਹੁੰਦਾ ਸੀ। ਉਹ ਸਮਾਂ ਸੀ ਆਜ਼ਾਦੀ ਤੋਂ ਬਾਅਦ ਕਾਫੀ ਗਹਿਮਾ ਗਹਿਮੀ, ਪੰਜਾਬੀ ਸੂਬਾ, ਹੋਰ ਕਈ ਗੱਲਾਂ ਜੀ। ਤੇ ਜਥੇਦਾਰ ਜੀ ਦਾ ਇੰਟਰਸਟ ਆ ਗਿਆ, ਉਹ ਮਾਸਟਰ ਜੀ ਦੀ ਨਜ਼ਰ 'ਚ ਆ ਗਏ ਤੇ ਮਾਸਟਰ ਜੀ ਨੇ ਹੌਲੀ ਹੌਲੀ ਉਹਨਾਂ ਨੂੰ ਜ਼ਿੰਮੇਵਾਰੀਆਂ ਦੇਣੀਆਂ ਸ਼ੁਰੂ ਕੀਤੀਆਂ। 1950 'ਚ ਪਹਿਲਾ ਅਕਾਲੀ ਜਥਾ ਦਿੱਲੀ 'ਚ ਬਣਦਾ ਹੈ, ਉਹਦੀ ਫੋਟੋਗ੍ਰਾਫੀ ਤੁਹਾਨੂੰ ਮੈਂ ਦਿਖਾਵਾਂਗਾ, ਜਿਹਦੇ ਵਿੱਚ ਜਥੇਦਾਰ ਜੀ ਨੂੰ ਵੀ ਜਗ੍ਹਾ ਦਿੱਤੀ ਜਾਂਦੀ ਹੈ। ਉੱਥੋਂ ਉਹਨਾਂ ਦਾ ਰਾਜਸੀ ਸਫ਼ਰ ਸ਼ੁਰੂ ਹੁੰਦਾ ਹੈ ਔਰ ਮੈਂ ਸਮਝਦਾ ਵਾਂ ਕਿ 1950 ਤੋਂ ਚੱਲ ਕੇ ਅੱਜ 2023 ਆ ਗਿਆ। 73 ਸਾਲ ਦਾ ਸਫ਼ਰ ਹੈ ਮੇਰੇ ਪਰਿਵਾਰ ਦਾ, ਜਿਹਦੇ ਵਿੱਚ ਗੁਰੂ ਨੇ ਕੋਈ ਐਸੀ ਬਖਸ਼ਿਸ਼ ਕੀਤੀ ਜਥੇਦਾਰ ਸਾਹਿਬ ਤੇ ਕਿ ਬਈ ਕਿੰਨੇ ਸਕੂਲ, ਕਿੰਨੇ ਕਾਲਜ, ਕਿੰਨੇ ਮਸਲੇ। ਕਿਤੇ ਪੌਂਟਾ ਸਾਹਿਬ ਗੋਲੀ ਚੱਲਦੀ ਹੈ 22 ਮਈ 1964 ਨੂੰ, 11 ਸਿੰਘ ਸ਼ਹੀਦ ਹੁੰਦੇ ਨੇ। ਉਹ ਲੜਾਈ ਜਥੇਦਾਰ ਜੀ ਦਿੱਲੀੋਂ ਲੜਦੇ ਨੇ, ਮਾਸਟਰ ਜੀ ਉਹਨਾਂ ਦੇ ਹਵਾਲੇ ਕਰਦੇ ਨੇ। ਜੇ 1967 'ਚ ਕਲਕੱਤੇ ਬਾਗਬੜੀ ਗੁਰਦੁਆਰਾ ਸੜਦਾ ਹੈ ਤੇ ਕਿਵੇਂ ਉਦੋਂ ਦਾ ਮੁੱਖ ਮੰਤਰੀ ਅਜੋਏ ਮੁਖਰਜੀ ਔਰ ਜੋਤੀ ਬਸੂ ਉਸ ਵੇਲੇ, ਜਿਹੜਾ ਬਾਅਦ 'ਚ 30 ਸਾਲ ਚੀਫ ਮਿਨਿਸਟਰ ਰਿਹਾ, ਹੋਮ ਮਿਨਿਸਟਰ ਸੀ, ਬੰਗਲਾ ਸਾਹਿਬ ਮਾਫੀ ਮੰਗ ਕੇ ਜਾਂਦੇ ਨੇ। 2 ਦਫਾ ਤਰਾਈ ਡਿਸਟ੍ਰਿਕਟ 'ਚ ਜਿੰਨੇ ਆਪਣੇ ਸਿੱਖ ਭਰਾ ਕਿਸਾਨ ਰਹਿੰਦੇ ਨੇ, ਇਹਨਾਂ ਨੂੰ ਉਜਾੜਨ ਵਾਸਤੇ ਪੰਡਤ ਨਹਿਰੂ ਔਰ ਇੰਦਰਾ ਗਾਂਧੀ ਵੇਲੇ ਆਰਡੀਨੈਂਸ ਹੁੰਦਾ ਹੈ ਕਿ ਇਹ ਆਪਣੇ ਖੇਤ ਖਾਲੀ ਕਰ ਦੇਣ, ਕਿਉਂਕਿ ਉਹ ਬੰਜਰ ਜ਼ਮੀਨਾਂ ਨੂੰ ਉਪਜਾਊ ਬਣਾ ਚੁੱਕੇ ਸੀਗੇ। ਉਹ ਲੜਾਈ ਲੜਦੇ ਨੇ ਤੇ ਇਸੇ ਤਰੀਕੇ ਨਾਲ ਪੰਜਾਬੀ ਸੂਬੇ ਦਾ ਮੋਰਚਾ ਲਾ ਲਓ, 71 ਦਾ ਦਿੱਲੀ ਗੁਰਦੁਆਰਾ ਕਮੇਟੀ ਦੇ ਐਕਟ ਦਾ ਮੋਰਚਾ ਲਾ ਲਓ, ਜਿੰਨੇ ਵੀ ਮੋਰਚੇ ਲੱਗੇ। ਕਿਉਂਕਿ ਪਹਿਲੀ ਦਫਾ ਲੰਬੀ ਜੇਲ੍ਹ, ਉਹਨੂੰ ਮੈਨੂੰ ਯਾਦ ਹੈ ਮੇਰੇ ਮਦਰ ਕਿਹਾ ਕਰਦੇ ਸੀਗੇ ਕਿ 1955 ਦੇ ਵਿੱਚ ਫਿਰੋਜ਼ਪੁਰ ਜੇਲ੍ਹ 'ਚ ਉਹ ਬੰਦ ਹੋਏ ਸਨ। ਔਰ ਉਦੋਂ ਮੇਰਾ ਵੱਡਾ ਭਰਾ ਹੋਣ ਵਾਲਾ ਸੀ ਤੇ ਉਸ ਪ੍ਰੈਗਨੈਂਸੀ ਦੀ ਹਾਲਤ 'ਚ ਦਿੱਲੀੋਂ ਮੇਰੇ ਮਦਰ ਫਿਰੋਜ਼ਪੁਰ ਜੇਲ੍ਹ ਮੁਲਾਕਾਤ ਲਈ ਜਾਇਆ ਕਰਦੇ ਸਨ। ਸੋ ਪਰਿਵਾਰ ਨੇ ਬੜੇ ਅਪਸ ਐਂਡ ਡਾਊਨਸ ਦੇਖੇ, ਲੇਕਿਨ ਜੋ ਗੁਰੂ ਨੇ ਬਖਸ਼ਿਸ਼ ਕੀਤੀ ਉਹਨਾਂ ਤੋਂ ਸੇਵਾਵਾਂ ਲੈ ਲਈਆਂ। ਮੈਂ ਸਮਝਦਾ ਵਾਂ ਕਿ ਜਦੋਂ ਮੈਂ ਪ੍ਰਧਾਨ ਸੀਗਾ, ਕਈ ਲੋਕੀ ਮੈਨੂੰ ਵੀ ਜਿੱਦਾਂ ਹੁੰਦਾ ਨਾ ਕਿ ਚਾਪਲੂਸੀ ਕਰਨ ਲਈ ਕਿ ਤੂੰ ਆਪਣੇ ਪਿਤਾ ਤੋਂ ਅੱਗੇ ਲੰਘ ਗਿਆ, ਲੇਕਿਨ ਮੈਂ ਔਨ ਰਿਕਾਰਡ ਕਹਿ ਸਕਦਾ ਵਾਂ ਕਿ ਸ਼ਾਇਦ ਮੈਂ ਆਪਣੇ ਪਿਤਾ ਦੇ ਮੁਕਾਬਲੇ 5% ਵੀ ਨਹੀਂ ਹਾਂ। ਮੈਂ ਉਹਨਾਂ ਨੂੰ ਇੱਕੋ ਗੱਲ ਆਖਦਾ ਸੀਗਾ ਕਿ ਮੇਰਾ ਪਿਤਾ 99 ਰਨ ਤੇ ਆਊਟ ਹੋ ਗਿਆ ਸੀ, ਮੇਰੇ ਲਈ ਉਹ 1 ਰਨ ਛੱਡ ਗਏ ਨੇ ਕਿ ਮੈਂ 1 ਰਨ ਬਣਾਵਾਂ ਤੇ ਸੈਂਚਰੀ ਮੇਰੇ ਨਾਲ ਲੱਗ ਗਈ। ਇਹ ਸਾਰਾ ਪ੍ਰਤਾਪ ਗੁਰੂ ਦਾ, ਉਹਦਾ ਆਸ਼ੀਰਵਾਦ ਹੈ, ਮੇਰੇ ਪਿਤਾ ਦਾ ਵਿਰਾਸਤ ਹੈ ਜਿਹੜੀ ਮੈਂ ਇਨਹੈਰਿਟ ਕੀਤੀ ਹੈ ਤੇ ਅੱਜ ਤੁਹਾਡੇ ਸਾਹਮਣੇ ਹੈ। ਜੀ, ਜਿਵੇਂ ਤੁਸੀਂ ਦੱਸਿਆ ਕਿ ਪਿਤਾ ਜੀ ਦਾ ਜਿਹੜਾ ਇਤਿਹਾਸ ਜੇ ਦੇਖਿਆ ਜਾਵੇ 3 ਦਹਾਕਿਆਂ ਦਾ, 1950 ਤੋਂ ਲੈ ਕੇ 80 ਤੱਕ, ਜਦੋਂ ਉਹ ਸ਼ਹੀਦ ਹੁੰਦੇ ਨੇ, ਜਿਹੜੇ ਇਹ 3 ਦਹਾਕਿਆਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਮੋਰਚੇ ਲੜੇ, ਜਿੱਤੇ ਵੀ, ਜਿਹਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦਾ ਵੀ ਆਉਂਦਾ ਹੈ, ਫਿਰ ਕਲਕੱਤੇ ਵਿੱਚ ਗੁਰਦੁਆਰਾ ਸਾਹਿਬ ਤੇ ਹਮਲਾ ਹੁੰਦਾ ਹੈ। ਸੋ ਜਿੰਨੇ ਵੀ ਮਸਲੇ ਸੀ ਸਿੱਖੀ ਨਾਲ ਸੰਬੰਧਿਤ, ਉਹਨਾਂ ਨੂੰ ਲੀਡ ਕੀਤਾ ਹੈ। ਤੇ ਪੰਜਾਬੀਆਂ ਨੇ ਜੇ ਦੇਖਿਆ ਜਾਵੇ 47 ਦੇ ਵੇਲੇ, ਆਜ਼ਾਦੀ ਵੇਲੇ ਵੀ ਬਹੁਤ ਲੰਬੀ ਲੜਾਈ ਲੜੀ ਹੈ। ਕਦੇ ਉਹਨਾਂ ਦੇ ਨਾਲ ਵਾਰਤਾਲਾਪ ਹੁੰਦਾ ਸੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੰਨੀ ਜਲਦੀ ਸਿੱਖਾਂ ਨੂੰ ਆਪਣੀ ਆਇਡੈਂਟੀ ਲਈ ਆਪਣੇ ਹੀ ਦੇਸ਼ ਦੇ ਵਿੱਚ ਇੱਕ ਸੰਘਰਸ਼ ਕਰਨਾ ਪੈ ਰਿਹਾ? ਕੀ ਕਾਰਨ ਸੀ? ਉਹਦਾ ਕਾਰਨ ਸੀਗਾ ਕਿ ਮਾਸਟਰ ਤਾਰਾ ਸਿੰਘ ਹੋਰਾਂ ਨੇ ਜਦੋਂ 3 ਨੇਸ਼ਨ ਫਾਰਮੂਲੇ ਨੂੰ ਠੁਕਰਾਇਆ, 2 ਬੰਦੇ ਸੀਗੇ ਜਿਨ੍ਹਾਂ ਨੇ ਕਨਸਟੀਟਿਊਸ਼ਨ ਤੇ ਸਾਈਨ ਕਰਨੇ ਸੀਗੇ, ਸਾਰ ਹੁਕਮ ਸਿੰਘ, ਦੂਸਰਾ ਨਾਮ ਮੇਰੇ ਦਿਮਾਗ 'ਚ ਨਹੀਂ ਸੁਲਿਆ ਰਿਹਾ। ਉਹਨਾਂ ਦੋਵਾਂ ਨੇ ਸਾਈਨ ਨਹੀਂ ਕੀਤਾ ਕਿਉਂਕਿ ਕਨਸਟੀਟਿਊਸ਼ਨ ਜਦੋਂ ਸਾਨੂੰ ਪ੍ਰੋਮਿਸ ਕੀਤਾ ਗਿਆ ਸੀਗਾ ਆਜ਼ਾਦੀ ਦੀ ਲੜਾਈ ਤੋਂ ਪਹਿਲੇ, ਪੰਡਤ ਨਹਿਰੂ ਵੱਲੋਂ, ਮਹਾਤਮਾ ਗਾਂਧੀ ਵੱਲੋਂ, ਸਰਦਾਰ ਪਟੇਲ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਕਿ ਪੰਜਾਬ ਨੂੰ ਇੱਕ ਸਪੈਸ਼ਲ ਖਿੱਤਾ, ਸਪੈਸ਼ਲ ਸਟੇਟਸ ਦਿੱਤਾ ਜਾਏਗਾ, ਜੰਮੂ ਕਸ਼ਮੀਰ ਦੀ ਤਰ੍ਹਾਂ, ਜੰਮੂ ਕਸ਼ਮੀਰ ਦੀ ਤਰ੍ਹਾਂ। ਤੇ ਉਹ ਆਜ਼ਾਦੀ ਤੋਂ ਬਾਅਦ ਸਿੱਧਾ ਹੀ ਮੁੱਕਰ ਕੇ ਪੰਡਤ ਨਹਿਰੂ ਨੇ ਇਹ ਕਹਿ ਦਿੱਤਾ ਕਿ ਉਦੋਂ ਹਾਲਾਤ ਹੋਰ ਸੀ, ਅੱਜ ਹਾਲਾਤ ਹੋਰ ਹੈ। ਮਾਸਟਰ ਜੀ ਨੂੰ ਮੋਰਚਾ ਲਾਣਾ ਪੈ ਗਿਆ। ਪਹਿਲਾ ਮੈਂ ਸਮਝਦਾ ਵਾਂ ਗ੍ਰਿਫਤਾਰੀ ਪੋਲੀਟੀਕਲ ਮਾਸਟਰ ਤਾਰਾ ਸਿੰਘ ਦੀ ਹੋਈ ਹੈ। ਸੋ ਇਮੀਡੀਏਟ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਇਹ ਸਮਝ ਆ ਗਿਆ ਕਿ ਜੋ ਸਾਨੂੰ ਕਿਹਾ ਗਿਆ ਸੀ ਉਹ ਕੀਤਾ ਨਹੀਂ। ਸੋ ਇਸ ਕਰਕੇ ਉਹ ਜਦੋਜਹਿਦ ਸ਼ੁਰੂ ਹੋ ਗਈ ਔਰ ਹੌਲੀ ਹੌਲੀ ਮੈਂ ਜਿੱਦਾਂ ਕਿਹਾ 1950 'ਚ ਜਥੇਦਾਰ ਜੀ ਦਾ ਮਾਸਟਰ ਜੀ ਦੇ ਨਾਲ ਮਿਲਣਾ ਔਰ ਉੱਥੋਂ ਉਹਨਾਂ ਦੀ ਸਿਆਸਤ 'ਚ ਪੈਰ ਰੱਖਣਾ, ਔਰ ਫਿਰ ਗਿਆਨੀ ਕਰਤਾਰ ਸਿੰਘ, ਮੈਂ ਸਮਝਦਾ ਬਹੁਤ ਰੌਸ਼ਨ ਦਿਮਾਗ ਲੀਡਰ ਪੰਜਾਬ ਦੇ ਹੋਏ ਨੇ। ਉਹ ਜਥੇਦਾਰ ਜੀ ਦੇ ਪੋਲੀਟੀਕਲ ਮਾਸਟਰ ਮੈਂ ਕਹਾਂਗਾ, ਜੋ ਜਥੇਦਾਰ ਜੀ ਆਪ ਆਪਣੇ ਮੂੰਹ ਕਹਿੰਦੇ ਹੁੰਦੇ ਸੀ। ਉੱਥੋਂ ਫਿਰ ਇੱਕ ਸਫ਼ਰ ਸ਼ੁਰੂ ਹੁੰਦਾ ਔਰ ਫਿਰ ਇਹ ਸਾਰੇ ਮੋਰਚੇ 50 ਤੋਂ ਲੈ ਕੇ ਉਹਨਾਂ ਦੇ 1981 21 ਦਸੰਬਰ ਨੂੰ ਡੈਥ ਹੁੰਦੀ ਹੈ, ਤਦ ਤੱਕ ਇਹ ਉਹਨਾਂ ਨੇ ਬੜਾ ਐਕਟਿਵ ਰੋਲ ਪਲੇ ਕੀਤਾ ਔਰ ਪੋਜ਼ਿਟਿਵ ਕੰਮ ਕੀਤਾ। ਖਾਲੀ ਮੋਰਚੇ ਹੀ ਨਹੀਂ ਲਾਏ,
ਅੱਜ ਲੀਡਰਸ਼ਿਪ ਸਾਡੀ ਕੀ ਹੈ ਕਿ ਕੋਈ ਗੱਲ ਹੋ ਜਾਏ ਸੜਕਾਂ ਤੇ ਉਤਰ ਜਾਂਦੇ ਆ, ਅਸੀਂ ਟੇਬਲ ਤੇ ਮਾਰ ਖਾ ਜਾਂਦੇ ਆ। ਜਥੇਦਾਰ ਸੰਤੋਖ ਸਿੰਘ ਹੋਰਾਂ 'ਚ ਭਾਵੇਂ ਸਕੂਲਿੰਗ ਉਹਨਾਂ ਦੀ 6ਵੀਂ ਕਲਾਸ ਤੱਕ ਸੀ, ਲੇਕਿਨ ਇੱਕ ਉਹਨਾਂ ਤੇ ਕਿਰਪਾ ਸੀ ਕਿ ਇੰਟੈਲੈਕਟ ਐਸਾ ਜ਼ਬਰਦਸਤ ਸੀ ਕਿ ਪੰਡਤ ਨਹਿਰੂ ਨਾਲ ਜੇ 1960 ਦੇ ਵਿੱਚ ਉਹ ਮੀਟਿੰਗ ਲੈ ਰਹੇ ਨੇ ਔਰ ਮਜਨੂ ਟੀਲੇ ਦੀ ਜ਼ਮੀਨ ਦੀ ਗੱਲ ਕਰ ਰਹੇ ਨੇ, ਜਾਂ ਬੰਗਲਾ ਸਾਹਿਬ ਦਾ ਲੰਗਰ ਵਾਲਾ ਪਾਸਾ 1962 ਚ ਲਿਆ, ਜਾਂ ਮਾਤਾ ਸੁੰਦਰੀ ਦੀ ਜ਼ਮੀਨ ਦੀ ਗੱਲ ਕਰ ਰਹੇ ਨੇ। ਮੈਂ ਇੱਕ ਐਗਜ਼ਾਮਪਲ ਦਿੰਦਾ ਕਿ ਪੰਡਤ ਨਹਿਰੂ ਨਾਲ ਉਹਦੀ ਸਰਕਾਰ ਵੇਲੇ ਝਗੜਾ ਪੈ ਗਿਆ ਮਾਤਾ ਸੁੰਦਰੀ ਗੁਰਦੁਆਰੇ ਦਾ ਜੀ, ਔਰ ਆਰਕਾਈਵਸ ਦੇ ਵਿੱਚ ਕਾਗਜ਼ ਮੌਜੂਦ ਨੇ ਕਿ ਜਦੋਂ ਗੁਰੂ ਸਾਹਿਬ ਦਿੱਲੀ ਆਉਂਦੇ ਨੇ, ਦਿੱਲੀੋਂ ਜਦੋਂ ਨਾਂਦੇੜ ਜਾਂਦੇ ਨੇ, ਦੱਖਣ ਵੱਲ ਜਾਂਦੇ ਨੇ, ਤੇ ਮਾਤਾ ਸੁੰਦਰੀ ਜੀ ਨੂੰ ਇਹ ਸਥਾਨ ਖਰੀਦ ਕੇ ਦੇ ਕੇ ਜਾਂਦੇ ਨੇ। ਰਜਿਸਟਰੀ ਹੈ ਇਹਦੀ ਕਿ ਮਾਤਾ ਜੀ ਹੁਣ ਮਾਤਾ ਸੁੰਦਰੀ ਜੀ ਇੱਥੇ ਹੀ ਰਹਿਣਗੇ। ਜਦੋਂ ਉਹਦਾ ਮਸਲਾ ਹੋਇਆ ਕਿ ਉਹਦੇ ਆਲੇ ਦੁਆਲੇ ਦੀ ਜ਼ਮੀਨ ਗੁਰਦੁਆਰੇ ਦੀ ਜਿੱਦਾਂ ਬਿਲਡਿੰਗ ਹੈ, ਉਹ ਤਾਂ ਉਹਨਾਂ ਨੇ ਕਿਹਾ ਜੀ ਇਹ ਤੁਹਾਡੀ ਹੈ, ਸਰਕਾਰ ਕਹਿੰਦੀ ਆਸ-ਪਾਸ ਦੀ ਜ਼ਮੀਨ ਤੁਹਾਡੀ ਨਹੀਂ ਹੈ ਜੀ। ਤੇ ਜਦੋਂ ਪੰਡਤ ਨਹਿਰੂ ਕੋਲ ਮਸਲਾ ਚਲੇ ਗਿਆ, ਇਹ ਮਸਲਾ ਹੱਲ ਨਹੀਂ ਹੋਇਆ ਵਰਕ ਹਾਊਸਿੰਗ ਮਿਨਿਸਟਰ ਕੋਲੋਂ, ਤੇ ਜਦੋਂ ਉਹਦੇ ਕੋਲ ਮਸਲਾ ਗਿਆ, ਇਹ ਗੱਲ ਮੈਂ ਤੁਹਾਨੂੰ 62 ਦੀ ਦੱਸ ਰਿਹਾ, ਤੇ ਜਥੇਦਾਰ ਜੀ ਇਕੱਲੇ ਹੀ ਫਾਈਲ ਚੁੱਕੀ ਤੇ PM ਆਫਿਸ ਪਹੁੰਚ ਗਏ। ਉੱਥੇ ਮਿਨਿਸਟਰ ਬੈਠੇ, ਉਸ ਮਿਨਿਸਟਰੀ ਦੇ ਵੱਡੇ ਅਫਸਰ ਬੈਠੇ ਨੇ, ਸੈਕਟਰੀ ਬੈਠੇ ਨੇ, ਤੇ ਮਿਨਿਸਟਰ ਜਿਹੜਾ ਸੀ ਉਹਨੇ मजाक 'ਚ कहता कि पंडित जी जथेदार जी अकेले आ गए हैं, इनके साथ इनकी कोई टीम नहीं आई, कोई प्रोफेशनल, कोई लॉयर्स नहीं आए जो मसले को बताएंगे। ਤੇ ਅੱਗੋਂ ਪੰਡਤ ਜੀ ਬਖੌਲ 'ਚ ਕਹਿੰਦੇ ਨੇ, ਤੁਸੀਂ ਦੇਖੋ ਹੁਣ ਉਹ ਕਿੰਨਾ ਵੱਡਾ ਕੰਪਲੀਮੈਂਟ ਹੈ ਜਥੇਦਾਰ संतोख सिंह ਲਈ कि आप बात शुरू करो, ये कई वकीलों के बाप है, अभी आपको समझा देंगे। जथेदार जी हस पए ਤੇ ਉਹਨਾਂ ਨੇ ਆਖਿਆ ਜੀ ਕਿ ਇਹ ਸਿਰਫ ਗੁਰਦੁਆਰਾ ਜਿੱਥੇ ਬਣਿਆ ਹੋਇਆ ਇਹੀ ਜਗ੍ਹਾ ਜਿਹੜੀ ਹੈ ਇਹ ਗੁਰਦੁਆਰਾ ਸਾਹਿਬ ਦੀ ਹੈ, ਇਹ ਮਾਤਾ ਸੁੰਦਰੀ ਜੀ ਦਾ ਰਹਾਇਸ਼ ਰਹੀ ਹੈ ਜੀ। ਮੇਰਾ ਖਿਆਲ 35 ਸਾਲ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਉਹ ਜੀਵਿਤ ਰਹੇ ਹੈ ਤੇ ਉਹਨਾਂ ਨੇ ਉੱਥੋਂ ਹੁਕਮਨਾਮੇ ਵੀ ਜਾਰੀ ਕੀਤੇ, ਬਾਕੀ ਜ਼ਮੀਨ ਨਹੀਂ ਹੈ। ਅੱਛਾ, ਇੱਕ ਪਾਸੇ ਸੜਕ ਜਿਹੜੀ ਹੈ ਉਹ ਤਕਰੀਬਨ 1000 ਮੀਟਰ ਦੂਰ ਹੈ, ਦੂਜੇ ਪਾਸੇ 2000 ਮੀਟਰ ਦੂਰ ਹੈ, ਤੀਜੇ ਪਾਸੇ 5000 ਮੀਟਰ ਦੂਰ ਹੈ ਸੜਕ, ਚਾरों पासे सड़क दूर ने। जथेदार जी ने एक कोई सवाल किया कि पंडित जी ये आपके जो बहुत काबिल अफसर हैं मिनिस्ट्री के, ये मुझे रास्ता इस्टेब्लिश कर दे कि माता जी बिल्डिंग पे तो आते होंगे ना, वो ईस्ट से आते थे, वेस्ट से आते थे, साउथ से आते थे, कहीं से रास्ता रहा होगा, कानून है कि राइट ऑफ वे नहीं रोका जा सकता, ये इस्टेब्लिश कर दे कहाँ से आएंगे, और जो इस्टेब्लिश करेंगे उसके साथ तथ्य दे दे कि वो नॉर्थ से आते थे तो क्यों आते थे, साउथ से आते थे तो क्यों आते थे। किसी अफसर की जरूरत नहीं सी कि पंडित नेहरू के अगे तुक्का मार दे कोई, उन्हें अगर कहा कि भी इस पास आते सी तो रीजन देना पैना सी। इन्होंने कहा जी क्या उस वक्त हुण जथेदार जी ने व्यंग च गल कही कि उस वक्त माता जी को गुरु गोबिंद सिंह जी ने हेलीकॉप्टर खरीद दिया था जो सड़क से उठा के बिल्डिंग में छोड़ता था, रास्ता तो रहा होगा ना, बताएं। सारे चुप, कोई जवाब नहीं सी। पंडित नेहरू ने फाइल चुकी और दस्तखत मारे कि चारों पासे दी जमीन माता सुंदरी गुरुद्वारे नूं दित्ती जावे। हुण तुसीं ये देखो कि एक अनपढ़ बंदा होवे और 6वीं पढ़िया होवे, पिंड च उठ के आया होवे और 30-32 साल की उम्र ਦੇ ਵਿੱਚ पंडित नेहरू ਤੇ ਉਹਦੇ ਪੂਰੀ ਬੈਟਰੀ ਆਫ ਅਫਸਰਾਂ ਦੇ ਨਾਲ ਔਰ ਮਿਨਿਸਟਰ ਨਾਲ ਉਹ ਗੱਲ ਕਰ ਰਿਹਾ ਹੈ। ਅੱਜ ਉਹਦਾ ਇਹ ਹਾਲ ਹੈ ਕਿ ਉੱਥੇ ਰਹਾਇਸ਼ੀ ਕੁਆਟਰ ਨੇ ਸਾਡੇ, ਉੱਥੇ ਮਾਤਾ ਸੁੰਦਰੀ ਕਾਲਜ ਹੈ ਜਿੱਥੇ 8000 ਬੱਚੀ ਪੜ੍ਹਦੀ ਹੈ ਤੇ ਗੁਰੂ ਘਰ ਦੀ ਜ਼ਮੀਨ ਆਪਣੀ ਜਗ੍ਹਾ ਤੇ ਹੈ, ਗੁਰੂ ਘਰ ਆਪਣੀ ਜਗ੍ਹਾ ਤੇ ਹੈ। ਸੋ ਇਹ ਉਹਨਾਂ 'ਚ ਇੱਕ ਇੰਟੈਲੈਕਟ ਸੀਗਾ ਕਿ ਵੀ ਉਹ ਜਦੋਂ ਲੋੜ ਪੈਂਦੀ ਸੀ ਡੰਡਾ ਵੀ ਚੁੱਕਦੇ ਸੀ, ਡਾਂਗ ਵੀ ਚੁੱਕਦੇ ਸੀਗੇ, ਲੇਕਿਨ ਜਦੋਂ ਨੈਗੋਸੀਏਸ਼ਨ ਤੇ ਆਉਂਦੇ ਸੀ ਟੇਬਲ ਤੇ ਆਪਣਾ ਗੋਲ ਮਾਰ ਕੇ ਆਉਂਦੇ ਸੀ। ਉਹਦਾ ਇੱਕ ਹੋਰ ਕਾਰਨ ਵੀ ਸੀ ਕਿ ਬੇਬਾਕ ਸਨ, ਉਹਨਾਂ ਨੇ ਕਦੀ ਕਿਸੇ ਕੋਲੋਂ ਆਪਣਾ ਫਾਇਦਾ ਨਹੀਂ ਚੁੱਕਿਆ। ਮੈਂ ਅੱਜ ਤੁਹਾਨੂੰ 50 ਤੋਂ ਲੈ ਕੇ ਅੱਜ 2023 73 ਸਾਲ ਕਹਿ ਰਿਹਾ, ਤੁਸੀਂ ਇਹਨਾਂ 73 ਸਾਲਾਂ 'ਚ ਕੋਈ ਦੱਸ ਦੇਵੇ ਕਿ ਜਥੇਦਾਰ ਸੰਤੋਖ ਸਿੰਘ ਨੇ ਜਾਂ ਮੈਂ ਉਹਨਾਂ ਤੋਂ ਬਾਅਦ ਭਾਵੇਂ ਕੋਈ ਪ੍ਰਾਈਮ ਮਿਨਿਸਟਰ ਰਿਹਾ ਹੋਵੇ, ਆਈ ਕੇ ਗੁਜਰਾਲ ਹੋਣ, ਚੰਦਰ ਸ਼ੇਖਰ ਹੋਣ, ਡਾਕਟਰ ਮਨਮੋਹਨ ਸਿੰਘ ਹੋਣ, ਵਾਜਪਾਈ ਜੀ ਹੋਣ, ਮੋਦੀ ਸਾਹਿਬ ਨੇ, ਸਾਰਿਆਂ ਕੋਲ ਮੈਂ ਵਿਚਰਦਾ ਰਿਹਾ, ਮੈਂ ਮਿਲਦਾ ਵਾਂ, ਸਾਰਿਆਂ ਤੋਂ ਕੰਮ ਵੀ ਲੈਂਦਾ ਰਿਹਾ ਵਾਂ, ਆਪਣੇ ਮਸਲੇ ਵੀ ਹੱਲ ਕਰਾਏ ਨੇ। ਕਿਸੇ ਜਗ੍ਹਾ ਤੇ ਕੋਈ ਪਰਸਨਲ ਪ੍ਰਾਪਰਟੀ, ਕੋਈ ਠੇਕਾ, ਕੋਈ ਪਰਮਿਟ, ਕੋਈ ਲਾਇਸੈਂਸ, ਕੋਈ MLA, ਕੋਈ ਰਾਜ ਸਭਾ ਲਈ ਹੋਵੇ, ਕੋਈ ਫਾਇਦਾ ਲਿਆ ਹੋਵੇ। ਜਥੇਦਾਰ ਸੰਤੋਖ ਸਿੰਘ ਬੇਬਾਕ ਹੋ ਕੇ ਗੱਲ ਕਰਦੇ ਸੀ ਕਿ ਇਹ ਬੀਬੀ ਇੱਥੇ ਦਸਤਖਤ ਕਰ, ਮੈਨੂੰ ਇਹ ਚਾਹੀਦਾ, ਇਹ ਤੈਨੂੰ ਕਰਨਾ ਪੈਣਾ, ਪੰਡਿਤ ਜੀ ਇਹ ਆਪਕੋ ਕਰਨਾ ਪੜੇਗਾ। ਸੋ ਮੈਂ ਸਮਝਦਾ ਕਿ ਆਪਣਾ ਜਦੋਂ ਨਾ ਤੁਸੀਂ ਕਿਸੇ CM ਕੋਲ ਜਾਂ PM ਕੋਲ ਜਾਂਦੇ ਹੋ
ਔਰ ਉਹ ਇਹ ਪੜ੍ਹ ਲਵੇ ਕਿ ਇਹਦਾ ਆਪਣਾ ਕੋਈ ਨਿੱਜੀ ਕੰਮ ਹੈਗਾ, ਇਹਦਾ ਆਪਣਾ ਕੋਈ ਪਰਸਨਲ ਕੰਮ ਹੈ, ਉਹਨੇ ਪਹਿਲੇ ਉਹ ਕਰਨਾ ਹੈ ਕਿ ਇਹਦੇ ਮੂੰਹ 'ਚ ਹੱਡੀ ਦੇ ਦਿਓ ਤਾਂ ਕਿ ਆਪਣੀ ਕੌਮ ਵਾਸਤੇ ਨਾ ਬੋਲ ਸਕੇ। ਇਹ ਜਥੇਦਾਰ ਜੀ 'ਚ ਖੂਬੀ ਰਹੀ ਸੀ ਕਿ ਉਹਨਾਂ ਨੇ ਕਦੀ ਆਪਣੀ ਜੇਬ 'ਚੋਂ ਪਰਚੀ ਕੱਢ ਕੇ, ਨਹੀਂ ਤੇ ਮੈਂ ਸਮਝਦਾ ਕਿ ਜੇ ਇਹੋ ਜਿਹਾ ਕੰਮ ਕੀਤਾ ਹੁੰਦਾ ਤੇ ਅੱਜ ਤੁਸੀਂ ਮੇਰੇ ਜਿਹੜੇ ਗ੍ਰਹਿ ਵਿਖੇ ਬੈਠੇ ਹੋ ਨਾ, ਮੇਰੀ ਕੋਠੀ ਅੱਜ ਔਰੰਗਜ਼ੇਬ ਰੋਡ ਤੇ ਹੁੰਦੀ, ਮੇਰੇ ਉਹ ਕੋਠੀ ਦੀ ਕੀਮਤ 1200 ਕਰੋੜ ਹੁੰਦੀ, ਮੇਰੇ ਬਾਹਰ 20 ਕਰੋੜ ਦੀਆਂ ਕਾਰਾਂ ਖੜੀਆਂ ਹੁੰਦੀਆਂ। ਸੋ ਆਪਣੇ ਮਫਾਦ ਤੋਂ ਉੱਤੇ ਕੌਮ ਦਾ ਰੱਖਿਆ, ਤੁਸੀਂ ਜਿਹੜਾ ਜ਼ਿਕਰ ਕੀਤਾ, ਜਿਹੜੀ ਉਹ ਗੱਲ ਕਹਿੰਦੇ ਸੀਗੇ ਕਿ ਮੈਂ ਮਰਾ ਪੰਥ ਜੀਵੇ, ਇਹ ਕਰਕੇ ਵਿਖਾਇਆ ਉਹਨਾਂ ਨੇ, ਹੱਡੀ ਉਹਨਾਂ ਨੇ ਕਰਕੇ ਆਪਣੇ ਵਿਖਾਇਆ ਜੀ। ਸੋ ਇਸ ਤੋਂ ਬਾਅਦ ਇੱਕ ਗੱਲ ਮੈਂ ਪੁੱਛਣਾ ਚਾਹਾਂਗੀ ਕਿ ਜਦੋਂ ਇਲੈਕਸ਼ਨਸ ਦਾ ਮੁੱਦਾ ਆਉਂਦਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਪ੍ਰੈਜ਼ੀਡੈਂਟ ਬਣਦੇ ਨੇ, ਸੋ ਉਸ ਟਾਈਮ ਉਹ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਨੁਮਾਇੰਦੇ ਸੀਗੇ, ਤਾਂ ਇਹ ਕਿਉਂ ਜ਼ਰੂਰਤ ਮਹਿਸੂਸ ਹੋਈ ਕਿ ਦਿੱਲੀ ਦੀ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣੀ ਚਾਹੀਦੀ ਹੈ ਵੱਖਰੀ, ਤੇ ਇਲੈਕਸ਼ਨਸ ਉਹ ਵੀ ਇਲੈਕਸ਼ਨਸ ਦੇ ਥਰੂ? ਦੇਖੋ, ਦਿੱਲੀ ਗੁਰਦੁਆਰਾ ਕਮੇਟੀ ਹਮੇਸ਼ਾ ਵੱਖਰੀ ਰਹੀ ਹੈ, ਉਸ ਨੂੰ SGPC ਨੋਮੀਨੇਟ ਕਰਦੀ ਹੁੰਦੀ ਸੀਗੀ ਜੀ। ਲੇਕਿਨ ਹੁਣ ਇਹ ਸਵਾਲ ਤੁਸੀਂ ਸਵਾਲ ਇੱਕ ਜਗ੍ਹਾ ਕੀਤਾ, ਇਹਦਾ ਬੜਾ ਲੰਬਾ ਇਤਿਹਾਸ ਉਹ ਤੁਹਾਨੂੰ ਦੱਸਣਾ ਪਊਗਾ ਸਾਰਾ, ਕਿ ਜਥੇਦਾਰ ਜੀ 1961-62 ਤੋਂ ਲੈ ਕੇ 1970 ਤੱਕ ਬੇਤਾਜ ਬਾਦਸ਼ਾਹ ਰਹੇ, ਸੈਕਟਰੀ ਰਹੇ, ਪ੍ਰਧਾਨ ਰਾਜਾ ਗੁਲਾਬ ਸਿੰਘ ਸੇਠੀ ਰਹੇ, ਪ੍ਰਧਾਨ ਬਖਸ਼ੀ ਗੁਰਚਰਨ ਸਿੰਘ ਜੀ ਰਹੇ, ਸਰ ਗਿਆਨ ਸਿੰਘ ਐਪਟਾਬਾਦ ਰਹੇ, ਲੇਕਿਨ ਹਰ ਜਗ੍ਹਾ ਨਾਮ ਜਥੇਦਾਰ ਜੀ ਦਾ ਆਉਂਦਾ ਸੀਗਾ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਕੰਮ ਕੀਤੇ, ਉਹ ਬੜੇ ਮਸਲੇ ਉਹਨਾਂ ਨੇ ਹੱਲ ਕੀਤੇ ਕੌਮ ਦੇ। ਜਗ੍ਹਾ ਜ਼ਮੀਨਾਂ ਗੁਰੂ ਘਰਾਂ ਦੀਆਂ ਤੁਸੀਂ ਦੇਖ ਲਓ, ਅੱਜ ਲੱਖਾਂ ਕਰੋੜ ਰੁਪਏ ਖਰਚ ਕੇ ਤੁਸੀਂ ਉਹ ਜ਼ਮੀਨਾਂ ਨਹੀਂ ਲੈ ਸਕਦੇ। ਬਾਲਾ ਸਾਹਿਬ ਲੈ ਲਓ, ਹਸਪਤਾਲ ਦੀ ਜ਼ਮੀਨ ਲਓ, ਸਕੂਲਾਂ ਦੀ ਜ਼ਮੀਨਾਂ ਲਓ, ਬੰਗਲਾ ਸਾਹਿਬ ਦੇ ਅੱਗੇ ਸੜਕ ਚੱਲਦੀ ਬੰਦ ਕਰ ਦੇਣੀ। ਲੇਕਿਨ ਇਹ ਐਕਟ ਕਿਉਂ ਬਣਿਆ? 1969 ਦੇ ਵਿੱਚ, 1968 ਦੇ ਵਿੱਚ ਕੋਤਵਾਲੀ ਲੈ ਲਈ ਇੰਦਰਾ ਗਾਂਧੀ ਤੋਂ, ਅਗਲੀ ਸੜਕ ਬੰਦ ਕਰਾ ਲਈ ਰਾਜਾ ਜੈ ਸਿੰਘ ਮਾਰਗ ਬੰਗਲਾ ਸਾਹਿਬ ਦੇ ਅੱਗੇ। 1962 ਚ ਲੰਗਰ ਵਾਲਾ ਪਾਸਾ ਲੈ ਲਿਆ ਸੀ। ਜਿਹੜਾ ਸਰੋਵਰ ਵਾਲਾ ਪਾਸਾ, ਧਿਰਿੰਦਰਾ ਬ੍ਰਹਮਚਾਰੀ ਜਿਹੜਾ ਮੈਡਮ ਗਾਂਧੀ ਦਾ ਬਹੁਤ ਮਿੱਤਰ ਸੀਗਾ ਔਰ ਯੋਗਾ ਕਰਦੀ ਸੀ ਉਹਦੇ ਕੋਲ, ਇਸਨੇ ਉਸ ਨੂੰ ਕੈਬਨਿਟ ਦੇ ਫੈਸਲੇ ਨਾਲ ਰਜਿਸਟਰੀ ਕਰਾਤੀ ਉਹਦੇ ਨਾਂ ਤੇ ਸਰੋਵਰ ਵਾਲੇ ਸਥਾਨ ਦੀ। ਜਦੋਂ ਜਥੇਦਾਰ ਜੀ ਨੂੰ ਪਤਾ ਲੱਗਾ, ਉਹਨਾਂ ਨੇ ਉੱਥੇ ਕਾਰਡ ਛਪ ਕੇ ਇੰਦਰਾ ਗਾਂਧੀ ਨੇ ਨੀਂਹ ਪੱਥਰ ਰੱਖਣ ਵਾਲਾ, CPWD ਨੇ ਤਾਰਾਂ ਲਾਤੀਆਂ, ਅੰਦਰ ਕਮਰਾ ਬਣਦਾ ਪਿਆ, ਟੈਲੀਫੋਨ ਦਾ ਕਨੈਕਸ਼ਨ ਲੱਗ ਰਿਹਾ, ਜਥੇਦਾਰ ਜੀ ਨੇ ਬਾਰ-ਬਾਰ ਕੁੱਟ-ਕੁੱਟ ਕੇ ਸਭ ਭਜਾਤੇ ਔਰ ਉੱਥੇ ਕਬਜ਼ਾ ਕਰ ਲਿਆ। ਜਦੋਂ ਕਬਜ਼ਾ ਕਰ ਲਿਆ, ਇੰਦਰਾ ਗਾਂਧੀ ਬਹੁਤ ਔਖੀ ਹੋਈ ਕਿ ਇਹ ਜ਼ਮੀਨ ਕਿੱਦਾਂ, ਜਦ ਅਸੀਂ ਕੈਬਨਿਟ ਨੇ ਫੈਸਲਾ ਕਰ ਲਿਆ ਤਾਂ ਸੰਤੋਖ ਸਿੰਘ ਕੌਣ ਹੁੰਦਾ, ਹਾਲਾਂਕਿ ਬੜੀ ਮਿੱਤਰਤਾ ਵੀ ਸੀ। ਲੇਕਿਨ ਜਦੋਂ YB ਚੌਹਾਨ, ਉਦੋਂ ਦੇ ਮੌਕੇ ਦੇ ਹੋਮ ਮਿਨਿਸਟਰ, ਇੰਦਰਾ ਦਾ ਸੁਨੇਹਾ ਲੈ ਕੇ ਆਉਂਦੇ ਨੇ ਜਥੇਦਾਰ ਜੀ ਦੇ ਕੋਲ ਕਿ ਇਹ ਜਗ੍ਹਾ ਖਾਲੀ ਕਰ ਦਿਓ, ਤੇ ਤੁਹਾਨੂੰ ਪਤਾ ਹੈ ਕਿ ਮੈਡਮ ਕਿੰਨੀ ਨਾਰਾਜ਼ ਹੈ ਔਰ ਇਹ ਕੈਬਨਿਟ ਦਾ ਫੈਸਲਾ ਜਥੇਦਾਰ ਜੀ, ਤੇ ਜਥੇਦਾਰ ਜੀ ਇੱਕੋ ਗੱਲ ਕਹਿੰਦੇ ਨੇ ਚੌਹਾਨ ਸਾਹਿਬ, ਬੀਬੀ ਨੂੰ ਕਹਿਣਾ ਕਿ ਇੱਥੇ ਉਹ ਪੁਲਿਸ ਵਾਲੇ ਭੇਜਣ ਜਿਨ੍ਹਾਂ ਦਾ ਅੱਗਾ ਪਿੱਛਾ ਕੋਈ ਰੋਣ ਵਾਲਾ ਨਾ ਹੋਵੇ, ਸਾਡੀਆਂ ਲਾਸ਼ਾਂ ਚੁੱਕੋਗੇ, 1 ਇੰਚ ਜ਼ਮੀਨ ਨਹੀਂ ਦਿਆਂਗਾ। ਤੁਸੀਂ ਕਿਹਾ ਕੈਬਨਿਟ ਨੇ ਰਜਿਸਟਰੀ ਕੀਤੀ ਹੈ, ਤੇ ਬੀਬੀ ਨੂੰ ਕਹੋ 1962 ਦੀ ਫਾਈਲ ਚੁੱਕ ਲਵੇ ਮਜਨੂ ਟੀਲਾ ਸਾਹਿਬ ਦੀ। ਮਜਨੂ ਟੀਲਾ ਮਹੰਤਾਂ ਦੇ ਨਾਂ ਪੰਡਿਤ ਨਹਿਰੂ ਨੇ ਰਜਿਸਟਰੀ ਕਰਾ ਦਿੱਤੀ ਸੀ, ਉਹਨਾਂ ਦੀ ਮਕਾਨ, ਉਹਨਾਂ ਦੀ ਬਗੀਚੀਆਂ ਪੱਟ ਕੇ ਜਮਨਾ 'ਚ ਸੁੱਟੀਆਂ ਜਥੇਦਾਰ ਜੀ ਨੇ। ਜਥੇਦਾਰ ਜੀ 'ਤੇ ਕੇਸ ਪਏ ਟ੍ਰੈਸ ਪਾਸਿੰਗ ਦੇ, ਮੋਲੈਸਟੇਸ਼ਨ ਦੇ, ਕਿਡਨੈਪਿੰਗ ਦੇ, ਡਕੈਤੀ ਦੇ, ਇਹ ਕੇਸ ਜਥੇਦਾਰ ਜੀ 'ਤੇ ਪਏ। ਅਖੀਰ ਪੰਡਿਤ ਨਹਿਰੂ ਨੂੰ ਝੁਕਣਾ ਪਿਆ, ਰਜਿਸਟਰੀ ਕੈਂਸਲ ਕਰਕੇ ਗੁਰਦੁਆਰੇ ਦੇ ਨਾਂ ਦੁਬਾਰਾ ਹੋਈ। ਤੇ ਇਹ ਤੇ ਉਹਦੀ ਧੀ ਹੈ, ਇਹਨੂੰ ਕਹੋ ਇਹ 1 ਇੰਚ ਜ਼ਮੀਨ ਨਹੀਂ ਦਿਆਂਗਾ, ਭਾਵੇਂ ਮੇਰੀ ਜਾਨ ਰਵੇ ਤੇ ਭਾਵੇਂ ਨਾ ਰਵੇ। ਇੰਦਰਾ ਗਾਂਧੀ ਨੂੰ ਝੁਕਣਾ ਪਿਆ, ਜ਼ਮੀਨ ਗੁਰਦੁਆਰੇ ਨੂੰ ਦਿੱਤੀ ਗਈ। ਸੜਕੋਂ ਪਾਰ ਅੱਜ ਵੀ ਦੇਖ ਲੈਣਾ, ਅਸ਼ੋਕਾ ਰੋਡ ਤੇ ਬੰਗਲਾ ਸਾਹਿਬ ਦੇ ਪਿੱਛੇ ਯੋਗ ਆਸ਼ਰਮ ਲਿਖਿਆ। ਪਹਿਲੇ ਤੇ ਉਹ ਧਿਰਿੰਦਰਾ ਬ੍ਰਹਮਚਾਰੀ ਯੋਗ ਆਸ਼ਰਮ ਸੀ, ਬਾਅਦ 'ਚ ਸਰਕਾਰ ਆਈ, ਜਨਤਾ ਉਹਨਾਂ ਨੇ ਉਹਦਾ ਨਾਮ ਕੁਛ ਹੋਰ ਰੱਖਤਾ, ਲੇਕਿਨ ਹੈ ਯੋਗ ਆਸ਼ਰਮ। ਉਹ ਜ਼ਮੀਨ ਜਿਹੜੀ ਸੀ ਉਸ ਨੂੰ ਪਿੱਛੇ ਦੇ ਦਿੱਤਾ। ਇੰਦਰਾ ਗਾਂਧੀ ਨੇ ਫੈਸਲਾ ਕਰ ਲਿਆ ਕਿ ਸੰਤੋਖ ਸਿੰਘ ਨਾਂ ਦਾ ਬੰਦਾ ਮੈਂ ਖਤਮ ਕਰਨਾ, ਜਿਹੜਾ ਮੇਰੇ ਨਾਲ ਸਿੱਧਾ ਨਾਂ ਲੈ ਜਾਂਦਾ। ਉਹਨੇ ਗੁਰਦੁਆਰਿਆਂ 'ਤੇ ਕਬਜ਼ੇ ਕਰਾਏ, 5 ਮੈਂਬਰੀ ਬੋਰਡ ਬਣਾ ਦਿੱਤਾ, ਸਰਕਾਰੀ ਬੋਰਡ ਬਣ ਗਿਆ। ਸੰਤ ਫਤਿਹ ਸਿੰਘ ਹੋਰਾਂ ਨੇ ਮੋਰਚਾ ਲਗਾਇਆ 1971 'ਚ, 18,000 ਸਿੰਘ ਗ੍ਰਿਫਤਾਰ ਹੋਏ। ਦਿੱਲੀ, ਬਨਾਰਸ, ਆਗਰਾ ਜੇਲ੍ਹਾਂ ਭਰ ਗਈਆਂ ਸਾਰੀਆਂ ਹਰਿਆਣੇ ਦੀਆਂ। 71 ਦੀ ਜੰਗ ਲੱਗਦੀ ਹੈ, ਔਰ ਜਦੋਂ ਜੰਗ ਲੱਗਦੀ ਹੈ, ਇੰਦਰਾ ਗਾਂਧੀ ਬੁਲਾਉਂਦੀ ਹੈ ਅਕਾਲੀਆਂ ਨੂੰ ਕਿ ਤੁਸੀਂ ਮੋਰਚਾ ਵਾਪਸ ਲਓ, 90,000 ਬੰਦਾ ਸਰੈਂਡਰ ਕਰ ਰਿਹਾ, ਮੈਨੂੰ ਜਗ੍ਹਾ ਚਾਹੀਦੀ ਹੈ ਨੈਸ਼ਨਲ ਇੰਟਰਸਟ ਲਈ। ਮੋਰਚਾ ਕਾਲ ਆਫ ਹੁੰਦਾ ਹੈ ਤੇ ਮੈਂ ਐਕਟ ਬਣਾ ਦਿਆਂਗੀ। ਸਾਡਾ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਹੈ,
ਜਿਹਦੀ ਪਹਿਲੀ ਇਲੈਕਸ਼ਨ 1975 ਚ ਹੁੰਦੀ ਹੈ ਉਸ ਐਕਟ ਦੇ ਹਿਸਾਬ ਨਾਲ। ਤੁਸੀਂ ਸਵਾਲ ਕੀਤਾ ਕਿ ਐਕਟ ਕਿਉਂ ਬਣਿਆ। ਐਕਟ ਬਣਨਾ ਪੈ ਗਿਆ ਕਿਉਂਕਿ ਮੋਰਚਾ ਲੱਗਿਆ ਸੀਗਾ ਕਿ ਗੁਰਦੁਆਰੇ ਨੂੰ ਸਰਕਾਰ ਖਾਲੀ ਕਰੇ। ਤੇ ਹੋਇਆ ਕਿ ਉਹ ਐਕਟ ਜਦੋਂ ਬਣਾਇਆ ਇੰਦਰਾ ਨੇ ਉਹਦੇ ਚ ਕਲੌਜ਼ ਲਾ ਦਿੱਤੀ ਕਿ ਜਿਹੜਾ ਗੁਰਦੁਆਰਾ ਕਮੇਟੀ ਦਾ ਅਹੁਦੇਦਾਰ ਹੋਏਗਾ ਆਫਿਸ ਬੇਰਰ ਉਹ 10ਵੀਂ ਪਾਸ, ਮੈਟ੍ਰਿਕ ਪਾਸ ਜਾਂ ਗਿਆਨੀ ਪਾਸ ਹੋਣਾ ਚਾਹੀਦਾ। 75 ਚ ਪਹਿਲੀ ਇਲੈਕਸ਼ਨ ਹੁੰਦੀ ਹੈ, ਜਥੇਦਾਰ ਜੀ 46 ਚੋਂ 42 ਸੀਟਾਂ ਜਿੱਤਦੇ ਆ। ਸਾਰੀ ਦੁਨੀਆ ਕਹਿੰਦੀ ਜਥੇਦਾਰ ਜੀ ਤੁਸੀਂ ਪ੍ਰਧਾਨ ਬਣੋ, ਤੁਸੀਂ ਗੁਰਮੁਖੀ ਆਉਂਦੀ ਹੈ, ਪਾਠ ਕਰਦੇ ਹੋ, ਤੁਸੀਂ ਗਿਆਨੀ ਦੀ ਡਿਗਰੀ ਲੈ ਲਓ। ਲੇਕਿਨ ਜਥੇਦਾਰ ਸਾਹਿਬ ਆਪਣੀ ਧੁਨ ਦੇ ਮਾਲਕ ਸਨ, ਕਹਿੰਦੇ ਬਿਲਕੁਲ ਨਹੀਂ ਬਣਾਂਗਾ। ਇਹ ਐਕਟ ਗਲਤ ਹੈ। ਜੇ ਮੁਲਕ ਦਾ ਪ੍ਰਧਾਨ ਮੰਤਰੀ ਔਰ ਰਾਸ਼ਟਰਪਤੀ ਵਾਸਤੇ ਇਹ ਐਕਟ ਨਹੀਂ ਹੈ ਕਿ 10ਵੀਂ ਪਾਸ ਹੋਵੇ ਜਾਂ ਉਹਦੇ ਲਈ ਕੋਈ ਕੁਆਲੀਫਿਕੇਸ਼ਨ ਦੀ ਬਾਹਰ ਹੋਵੇ, ਤਾਂ ਦਿੱਲੀ ਕਮੇਟੀ ਦੇ ਪ੍ਰਧਾਨ ਲਈ ਜਾਂ ਅਹੁਦੇਦਾਰ ਲਈ ਕਿਉਂ ਹੈ? ਇਹ ਅਨਡੈਮੋਕ੍ਰੈਟਿਕ ਹੈ, ਹਟਾਉਣਾ ਪਏਗਾ ਸਰਕਾਰ ਨੂੰ। ਉਹੀ ਸਰਕਾਰ ਜਿਹੜੀ ਇਹ 71 ਚ ਬਣਾਉਂਦੀ ਕਿ ਸੰਤੋਖ ਸਿੰਘ ਨਹੀਂ ਬਣਨਾ ਚਾਹੀਦਾ। ਹੁਣ ਦੇਖੋ ਜਥੇਦਾਰ ਸੰਤੋਖ ਸਿੰਘ ਦੀ ਪਰਸਨੈਲਿਟੀ ਦਾ ਅੰਦਾਜ਼ਾ ਇੱਥੋਂ ਲੱਗਦਾ ਕਿ ਇੱਕ ਵਾਰੀ ਸਰਕਾਰ ਉਹਨੂੰ ਰੋਕਣ ਵਾਸਤੇ ਐਕਟ ਬਣਾ ਰਹੀ ਹੈ। 1980 ਚ ਇੰਦਰਾ ਗਾਂਧੀ ਦੁਬਾਰਾ ਜਿੱਤਦੀ ਹੈ ਜਦੋਂ ਮੁਰਾਰਜੀ ਔਰ ਜਨਤਾ ਸਰਕਾਰ ਨੂੰ ਹਰਾ ਕੇ। ਉਹੀ ਇੰਦਰਾ ਗਾਂਧੀ ਉਹ ਐਕਟ ਦੇ ਵਿੱਚ ਆਰਡੀਨੈਂਸ ਰਾਹੀਂ ਤਰਮੀਮ ਕਰਦੀ ਹੈ ਕਿ ਇਹ ਕਲੌਜ਼ ਹਟਾਈ ਜਾਂਦੀ ਹੈ, ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਲਈ ਕੋਈ ਐਜੂਕੇਸ਼ਨ ਦੀ ਕਲੌਜ਼ ਨਹੀਂ ਗੀ, ਔਰ ਜਥੇਦਾਰ ਸੰਤੋਖ ਸਿੰਘ ਪ੍ਰਧਾਨ ਬਣਦੇ ਨੇ। ਇੱਥੋਂ ਜਥੇਦਾਰ ਸੰਤੋਖ ਸਿੰਘ ਦੀ ਪਰਸਨੈਲਿਟੀ ਦਾ ਪਤਾ ਲੱਗਦਾ ਕਿ ਇੱਕ ਵਾਰੀ ਮੁਲਕ ਦਾ ਪਾਰਲੀਮੈਂਟ ਉਹਨੂੰ ਰੋਕਣ ਵਾਸਤੇ ਬੈਠਦਾ ਹੈ, ਇੱਕ ਵਾਰੀ ਮੁਲਕ ਦਾ ਪਾਰਲੀਮੈਂਟ ਵਾਪਸ ਉਸ ਨੂੰ ਪ੍ਰਧਾਨ ਬਣਾਉਣ ਵਾਸਤੇ ਬੈਠਦਾ ਹੈ। ਮੈਂ ਸਮਝਦਾ ਵਾਂ ਕਿ ਇਹ ਉਹਨਾਂ ਦੀ ਡੈਡੀਕੇਸ਼ਨ, ਉਹਨਾਂ ਦੇ ਆਪਣੇ ਤੇ ਵਿਸ਼ਵਾਸ। ਨਹੀਂ ਤਾਂ ਕੋਈ ਹੋਰ ਲੀਡਰ ਹੁੰਦਾ ਨਾ, ਉਹ ਕਹਿੰਦਾ ਅੱਜ ਮੈਂ 42 ਸੀਟਾਂ ਜਿੱਤਿਆਂ, ਕੱਲ੍ਹ ਨੂੰ ਪਤਾ ਨਹੀਂ ਮੈਂ ਜਿੱਤਦਾ ਨਹੀਂ ਜਿੱਤਦਾ, ਮੈਂ ਤਾਂ ਪ੍ਰਧਾਨਗੀ ਲਵਾਂ, ਸਰਟੀਫਿਕੇਟ ਲੈਣ 'ਚ ਕੀ ਮਾੜ ਹੈ, ਮੈਂ ਗਿਆਨੀ ਪਾਸ ਕੀਤੀ ਹੈ। ਨਹੀਂ, ਲੇਕਿਨ ਉਹ ਅਸੂਲਾਂ ਤੇ ਖਲੋਂਦੇ ਸੀ। ਜੀ, ਤੁਹਾਡੀਆਂ ਗੱਲਾਂ ਤੋਂ ਜਾਂ ਵੈਸੇ ਵੀ ਜੇ ਪੜ੍ਹਿਆ ਜਾਵੇ ਤੁਹਾਡੇ ਫਾਦਰ ਸਾਹਿਬ ਬਾਰੇ, ਤਾਂ ਉਹਨਾਂ ਦੀ ਇੰਦਰਾ ਗਾਂਧੀ ਨਾਲ ਵੀ ਨੇੜਤਾ ਸੀ। ਠੀਕ ਹੈ, ਆਪਣੇ ਮਸਲੇ ਹੱਲ ਵੀ ਕਰਵਾਉਂਦੇ ਸੀ, ਚਾਹੇ ਉਹਨਾਂ ਦੀ ਟਸਲਬਾਜ਼ੀ ਵੀ ਹੁੰਦੀ ਸੀ। ਪੰਡਿਤ ਨਹਿਰੂ ਜੀ ਦੇ ਨਾਲ ਵੀ ਸੀ, ਤੇ ਜਿਹੜੇ ਪੰਜਾਬ ਦੇ ਸੀਐਮ ਬਣਦੇ ਨੇ ਉਸ ਟਾਈਮ ਦਰਬਾਰਾ ਸਿੰਘ, ਉਹਨਾਂ ਦੇ ਨਾਲ ਵੀ ਸੀ। ਪਰ ਗਿਆਨੀ ਜੈਲ ਸਿੰਘ ਦਾ ਜ਼ਿਕਰ ਨਹੀਂ ਕਿਤੇ ਆਉਂਦਾ ਕਦੇ। ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਸੀ? ਗਿਆਨੀ ਜੈਲ ਸਿੰਘ ਦੇ ਨਾਲ ਜਥੇਦਾਰ ਸਾਹਿਬ ਦਾ ਪਿਆਰ ਸੀਗਾ, ਕਾਫੀ ਕੁਝ ਸੀਗਾ। ਲੇਕਿਨ ਗਿਆਨੀ ਜੈਲ ਸਿੰਘ ਦੇ ਮਨ 'ਚ ਇੱਕ ਈਰਖਾ ਸੀਗੀ। ਉਹ ਈਰਖਾ ਇਹ ਸੀਗੀ ਕਿ ਪੰਜਾਬ ਦੇ ਮਸਲੇ 'ਚ, ਸਿੱਖਾਂ ਦੇ ਮਸਲੇ 'ਚ, ਪੰਜਾਬੀਆਂ ਦੇ ਮਸਲੇ 'ਚ ਇੰਦਰਾ ਗਾਂਧੀ ਜਿਹੜੀ ਹੈ ਜਦੋਂ ਦੁਬਾਰਾ 80 ਤੋਂ ਬਾਅਦ ਜਿੱਤ ਕੇ ਆਉਂਦੀ ਹੈ, ਉਹ ਜਥੇਦਾਰ ਸਾਹਿਬ ਨਾਲ ਗੱਲ ਕਰਦੀ ਹੈ, ਉਹਨਾਂ ਨਾਲ ਗੱਲ ਨਹੀਂ ਕਰਦੀ। ਔਰ ਉਹਨਾਂ ਨੂੰ ਉਹ ਦਰਬਾਰਾ ਸਿੰਘ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਾ ਚਾਹੁੰਦੇ ਸੀ। ਜਥੇਦਾਰ ਜੀ ਨੇ ਸਿਫਾਰਿਸ਼ ਕੀਤੀ ਇੰਦਰਾ ਗਾਂਧੀ ਨੂੰ ਕਿ ਉਹਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ। ਉਹ ਕਿਤੇ ਨਾ ਕਿਤੇ ਕਸਕ ਸੀ ਉਹਦੇ ਮਨ ਦੇ ਵਿੱਚ ਕਿ ਬਈ ਮੈਂ ਹੋਵਾਂ ਮੁਲਕ ਦਾ ਹੋਮ ਮਿਨਿਸਟਰ, ਮੈਂ ਪਹਿਲੇ ਚੀਫ ਮਿਨਿਸਟਰ ਰਹਿ ਚੁੱਕਾ ਵਾਂ, ਤੇ ਇਹ ਜਥੇਦਾਰ ਸੰਤੋਖ ਸਿੰਘ ਜਿਹੜਾ ਹੈਗਾ ਇਹ ਸਿੱਖਾਂ ਦੀ ਗੱਲ ਬੀਬੀ ਮੇਰੇ ਨਾਲ ਨਹੀਂ ਕਰਦੀ, ਇਹਦੇ ਨਾਲ ਕਰਦੀ ਹੈ। ਉਹ ਰੜਕ ਸੀਗੀ ਉਸ ਨੂੰ ਪੋਲੀਟੀਕਲੀ, ਉਹਦੇ ਅੰਦਰ ਜਿਸ ਨੂੰ ਕਹਿੰਦੇ ਆ ਕਿ ਕਸਕ ਸੀਗੀ। ਔਰ ਜਥੇਦਾਰ ਜੀ ਦੇ ਮਰਡਰ ਦੇ ਵਿੱਚ ਮੈਂ ਸਮਝਦਾ ਵਾਂ ਕਿ ਜਿਹੜੇ ਬੰਦੇ ਇਨਵੋਲਵ ਸੀ ਉਹਨਾਂ ਨੂੰ ਬਚਾਉਣ ਦੇ ਵਿੱਚ ਗਿਆਨੀ ਜ਼ੈਲ ਸਿੰਘ ਹੋਰਾਂ ਦਾ ਬਹੁਤ ਵੱਡਾ ਹੱਥ ਰਿਹਾ। ਕਿਉਂਕਿ ਜਿਸ ਦਿਨ ਜਥੇਦਾਰ ਜੀ ਦਾ ਕਤਲ ਹੁੰਦਾ ਹੈ, ਮੇਰੇ ਹਸਪਤਾਲ ਪਹੁੰਚਣ ਤੋਂ ਪਹਿਲੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਗਿਆਨੀ ਜ਼ੈਲ ਸਿੰਘ ਔਰ ਭਿੰਡਰ ਸਾਹਿਬ ਪੁਲਿਸ ਕਮਿਸ਼ਨਰ ਦਿੱਲੀ ਸੀ, PS ਭਿੰਡਰ, ਜਿਹੜੇ ਸੁਖਬੰਸ ਕੌਰ ਭਿੰਡਰ ਦੇ ਹਸਬੈਂਡ ਸੀਗੇ, ਉਹ ਉੱਥੇ ਪਹੁੰਚੇ ਹੁੰਦੇ ਹੈ। ਔਰ 21 ਦਸੰਬਰ ਨੂੰ ਜਥੇਦਾਰ ਜੀ ਦਾ ਕਤਲ ਹੁੰਦਾ ਹੈ। 23 ਦਸੰਬਰ ਨੂੰ ਭਿੰਡਰ ਸਾਹਿਬ ਦੀ ਬਦਲੀ ਕਰ ਦਿੱਤੀ ਜਾਂਦੀ ਹੈ। ਗਿਆਨੀ ਜੀ ਨੂੰ ਪਤਾ ਸੀਗਾ ਕਿ ਜਥੇਦਾਰ ਜੀ ਤੇ ਭਿੰਡਰ ਸਾਹਿਬ ਦੀ ਦੋਸਤੀ ਸੀਗੀ ਤੇ ਕੇਸ ਖੋਲ੍ਹਣਗੇ। ਮੈਂ ਸਮਝਦਾ ਕਿ ਉਹਨਾਂ ਨੇ ਰੁਕਾਵਟਾਂ ਪਾਈਆਂ ਔਰ ਅਸੀਂ CBI ਇਨਕੁਆਇਰੀ, ਮੈਡਮ ਘਰ ਵੀ ਆਉਂਦੀ ਹੈ, ਇੰਦਰਾ ਗਾਂਧੀ ਮੇਰੀ ਮਦਰ ਨੂੰ ਪ੍ਰੋਮਿਸ ਕਰਦੀ ਹੈ, ਲੇਕਿਨ ਉਹ CBI ਇਨਕੁਆਇਰੀ ਗਿਆਨੀ ਜੀ ਨੇ ਨਹੀਂ ਲੈਣ ਦਿੱਤੀ, ਸਾਨੂੰ ਜੁਡੀਸ਼ੀਅਲ ਪ੍ਰੂਫ ਦਿੱਤੀ। ਜੇ CBI ਇਨਕੁਆਇਰੀ ਮਿਲਦੀ ਤੇ ਕਾਤਲ ਸਾਹਮਣੇ ਆ ਜਾਣੇ ਸੀ, ਕੌਂਸਪੀਰੇਸੀ ਸਾਹਮਣੇ ਆ ਜਾਣੀ ਸੀਗੀ। ਸੋ ਇਹ ਉਹਦੀ ਬੈਕਗਰਾਉਂਡ ਰਹੀ ਹੈ। ਤਾਂ ਉਹਨਾਂ ਕਾਤਲਾਂ ਬਾਰੇ ਕਦੇ ਵੀ ਤੁਹਾਡੇ ਸਾਹਮਣੇ ਕੋਈ ਖੁਲਾਸਾ ਨਹੀਂ ਹੋ ਸਕਿਆ? ਨਹੀਂ, ਉਹਨੇ ਜਿਹੜਾ ਉਹਨਾਂ ਨੇ ਕਮਿਸ਼ਨ ਬਣਾਇਆ ਸੀ, ਉਹਨਾਂ ਨੇ ਕਿਹਾ ਮੌਕੇ ਤੇ ਸੋਹਣ ਸਿੰਘ ਸੰਧੂ ਨੇ ਜਥੇਦਾਰ ਜੀ ਨੂੰ ਗੋਲੀ ਮਾਰੀ ਔਰ ਜਥੇਦਾਰ ਜੀ ਦਾ ਜਿਹੜਾ ਗਨਮੈਨ ਸੀਗਾ ਉਸਨੇ ਸੰਧੂ ਨੂੰ ਮਾਰ ਦਿੱਤਾ ਤੇ ਉਹ ਮੌਕੇ ਤੇ ਗੱਲ ਖਤਮ ਹੋ ਗਈ। ਕਿ ਉਹਦੇ ਪਿੱਛੇ ਕੌਂਸਪੀਰੇਸੀ ਨਹੀਂ ਸੀ, ਲੇਕਿਨ ਕੌਂਸਪੀਰੇਸੀ ਬਹੁਤ ਵੱਡੀ ਸੀਗੀ ਕਿ ਇੱਕ ਗਨਮੈਨ ਨਵਾਂ ਆਇਆ ਸੀ, ਉਦੋਂ ਤੋਂ ਬਾਅਦ ਲੱਭਾ ਹੀ ਨਹੀਂ। ਜਿਹੜਾ ਸਾਡਾ ਗਨਮੈਨ ਹੈਗਾ ਸੀਗਾ ਉਹਨੇ ਖਾਲੀ ਉਹਨੂੰ ਨਹੀਂ ਮਾਰਿਆ, ਤੀਜੇ ਦਿਨ ਮੈਨੂੰ ਕਹਿੰਦਾ ਹੈ ਕਿ ਮੇਰੇ ਕੋਲ ਤੇ ਸੋਹਣ ਸਿੰਘ ਸੰਧੂ ਜਿਹਨੇ ਜਥੇਦਾਰ ਜੀ ਦਾ ਕਤਲ ਕੀਤਾ ਸੀ ਉਹਦਾ ਪਿਸਤੌਲ ਵੀ ਮੇਰੇ ਕੋਲ ਹੈ। ਅੱਛਾ ਜੀ। ਔਰ ਮੈਂ ਸਿੱਧਾ ਇੰਦਰਾ ਕੋਲ ਚਲੇ ਜਾਂਦਾ। ਮੈਂ ਇੰਦਰਾ ਗਾਂਧੀ ਨੂੰ ਕਹਿੰਦਾ ਕਿ ਮੈਡਮ ਇਹ
ਮੇਰੇ ਖਿਆਲ ਜਹੇਦਾਰੀ ਦੇ ਕਤਲ ਨੂੰ ਹਲੇ 4 ਕੁ ਦਿਨ ਹੋਏ ਸੀਗੇ ਤੇ ਮੈਨੂੰ ਇੰਦਰਾ ਗਾਂਧੀ ਨੂੰ ਮਿਲਣ ਲਈ ਅਪਾਇੰਟਮੈਂਟ ਦੀ ਲੋੜ ਨਹੀਂ ਹੁੰਦੀ ਸੀ, ਮੈਂ ਸਿੱਧਾ ਜਾਂਦਾ ਸੀ, ਉਹ ਮਿਲਦੀ ਸੀਗੀ। ਤੇ ਮੈਂ ਕਿਹਾ ਜੀ ਮੇਰਾ ਗਨਮੈਨ ਕਹਿ ਰਿਹਾ ਕਿ ਉਸका ਪਿਸਤੌਲ ਵੀ ਇਸਕੇ ਪਾਸ ਹੈ। ਮੈਨੂੰ ਸਮਝ ਨਹੀਂ ਸੀ ਉਸ ਵੇਲੇ, ਸਾਡਾ ਤੇ ਸਾਰਾ ਕੁਝ ਹੀ ਢੱਟ ਗਿਆ ਸੀਗਾ, ਮੈਂ ਉਸ ਵੇਲੇ 22 ਸਾਲ ਦਾ ਬੱਚਾ ਸੀਗਾ। ਉਹ ਕਹਿੰਦੀ ਬੜਾ ਬੇਵਕੂਫ ਹੈ। ਤੋ ਧਵਨ ਨੂੰ ਬੁਲਾਉਂਦੀ ਹੈ, ਆਪਣੇ ਪੀਏ ਨੂੰ ਸਾਰੀ ਗੱਲ ਦੱਸਦੀ ਹੈ ਤੇ ਮੈਨੂੰ ਉਹ ਆਖਦੀ ਕਿ ਆਪ ਕਿਸੇ ਸੇ ਬਾਤ ਨਾ ਕਰਨਾ, ਧਵਨ ਸਾਹਿਬ ਆਪਣੇ ਆਪ ਆਰਗੇਨਾਈਜ਼ ਕਰਾएंगे। ਫਿਰ ਇੱਕ ਪੁਲਿਸ ਵਾਲਾ ਆਉਂਦਾ, ਉਹ ਪਿਸਤੌਲ ਲੈ ਕੇ ਚਲੇ ਜਾਂਦਾ ਔਰ ਉਹ ਪਿਸਤੌਲ ਜਿਹੜਾ ਹੈਗਾ ਉਹਨੂੰ ਰਿਕਵਰੀ ਕਿਤੋਂ ਹੋਰੋਂ ਦਿਖਾਈ ਜਾਂਦੀ ਹੈ। ਸੋ ਇਹ ਸਾਰਾ ਕੁਝ ਕੈਮਾਫਲੈਜ ਸੀਗਾ, ਪੋਲੀਟੀਕਲ ਮਰਡਰ ਹੈ, ਇਹਦੀ ਕਨਸਪੀਰੇਸੀ ਅੱਜ ਤੱਕ ਨਿਕਲਣ ਨਹੀਂ ਦਿੱਤੀ। ਜੀ, ਤੁਸੀਂ ਛੋਟੀ ਉਮਰ ਤੋਂ ਹੀ ਆਪਣੇ ਫਾਦਰ ਸਾਹਿਬ ਨਾਲ ਜਾਣ ਲੱਗ ਗਏ ਸੀਗੇ, ਉਹਨਾਂ ਦੇ ਪੋਲੀਟੀਕਲ ਸਿਆਸੀ ਜਿਹੜੇ ਸਫ਼ਰ ਹੁੰਦੇ ਸੀ ਨਾਲ ਤੁਸੀਂ ਵੀ ਇਨਵੋਲਵ ਸੀ। ਸੋ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਕਿ ਇੱਕ ਨਸੀਹਤ ਦੇ ਤੌਰ ਤੇ ਜਾਂ ਇੱਕ ਮਤਲਬ ਇੱਕ ਫਾਦਰ ਆਪਣੇ ਸਾਨੂੰ ਕੌਮ ਲਈ ਜਾਂ ਸਿਆਸੀ ਪੈਂਤੜੇ ਦੇ ਲਈ ਕੋਈ ਸਲਾਹ ਦਿੰਦਾ ਹੈ, ਮਸ਼ਵਰਾ ਦਿੰਦਾ, ਕੋਈ ਐਦਾਂ ਦੀ ਯਾਦ ਹੈ ਤੁਹਾਨੂੰ ਕਿ ਉਹਨਾਂ ਨੇ ਕੁਝ ਕਿਹਾ ਹੋਵੇ ਤੁਹਾਨੂੰ? ਉਹਨਾਂ ਨੂੰ ਉਹ ਚਾਹੁੰਦਾ, ਉਹ ਇਹ ਨਾ ਕਦੀ ਚਾਹੁੰਦੇ ਕਿ ਵੀ ਮੈਂ ਵੀ ਸਿਆਸਤ ਦੇ ਵਿੱਚ ਆਵਾਂ, ਲੇਕਿਨ ਉਹਨਾਂ ਨੂੰ ਇਹ ਪਤਾ ਹੈ ਕਿ ਮੈਂ ਬਚਪਨ ਤੋਂ ਉਹਨਾਂ ਦੇ ਨਾਲ ਜਾਣਾ। ਜਦੋਂ ਪੰਡਤ ਨਹਿਰੂ ਦੀ ਡੈਥ ਹੁੰਦੀ ਹੈ, ਮੇਰੀ ਗੱਡੀ ਪਾਪਾ ਜੀ ਦੇ ਨਾਲ ਮੈਂ ਬੈਠਦਾ ਵਾਂ, ਪੰਡਤ ਨਹਿਰੂ ਦੀ ਜਿਹੜੀ ਡੈਡ ਬੋਡੀ ਜਾਂਦੀ ਹੈ ਗਨ ਕੈਰੇਜ ਤੇ, ਉਹਦੇ ਪਿੱਛੇ ਅਸੀਂ ਚੱਲਦੇ ਹਾਂ। ਜੇ ਪੰਜਾਬੀ ਸੂਬੇ ਦਾ ਮੋਰਚਾ ਲੱਗਦਾ, ਧਰਨੇ ਲੱਗਦੇ ਨੇ, ਤੇ ਮੈਂ ਉਹਨਾਂ ਦੇ ਨਾਲ ਜਾ ਕੇ 8 ਸਾਲ ਦੀ ਉਮਰ 'ਚ ਹੀ ਬਹਿ ਜਾਂਦਾ ਵਾ ਭੁੱਖ ਹੜਤਾਲ ਦੇ ਉੱਤੇ। ਜੇ 1978 'ਚ ਨਿਰੰਕਾਰੀ ਮੂਵਮੈਂਟ ਦੀ ਗੱਲ ਕਰ ਲਈਏ ਕਿ ਜਿੱਦਣ ਦਿੱਲੀ 'ਚ 3 ਸਿੰਘ ਸ਼ਹੀਦ ਹੁੰਦੇ ਨੇ, ਜਹੇਦਾਰ ਅਵਤਾਰ ਸਿੰਘ ਕੋਹਲੀ, 2 ਯੰਗ ਬੱਚੇ ਮਨਿੰਦਰ ਸਿੰਘ, ਗੋਬਿੰਦ ਸਿੰਘ, ਉਦਣ ਕਿਰਨ ਬੇਦੀ ਨਾਲ ਮੇਰਾ ਆਪਣਾ ਅਮਰ ਜਵਾਨ ਜੋਤੀ ਤੇ ਝਗੜਾ ਹੁੰਦਾ, ਸਿਰ ਫਟਦਾ, ਬਾਹਾਂ ਟੁੱਟਦੀਆਂ ਨੇ। ਮੈਂ ਸਮਝਦਾ ਵਾਂ ਕਿ ਇਹ ਸਾਰੀਆਂ ਚੀਜ਼ਾਂ ਉਹ ਦੇਖ ਰਹੇ ਸਨ ਔਰ ਉਹਨਾਂ ਨੇ ਕਦੀ ਮੈਨੂੰ ਟ੍ਰੇਨ ਨਹੀਂ ਕੀਤਾ, ਲੇਕਿਨ ਮੈਂ ਉਹਨਾਂ ਨਾਲ ਜਿੱਦਾਂ ਜੋ ਸੰਤ ਫਤਿਹ ਸਿੰਘ ਨੂੰ ਮਿਲਣ ਜਾ ਰਹੇ ਨੇ ਰਾਮਪੁਰਾ ਫੂਲ, ਤੇ ਮੈਂ ਉਹਨਾਂ ਦੇ ਨਾਲ ਗੱਡੀ 'ਚ ਬਹਿ ਜਾਂਦਾ ਸੀਗਾ ਤੇ ਮੈਨੂੰ ਮਨਾ ਵੀ ਨਹੀਂ ਕਰਦੇ ਸੀਗੇ, ਨਹੀਂ ਤੇ ਕਹਿੰਦੇ ਤੂੰ ਘਰ ਬੈਠ ਆਪਣੀ ਪੜ੍ਹਾਈ ਵੱਲ ਧਿਆਨ ਦੇ ਤੂੰ। ਲੇਕਿਨ ਮੈਂ ਜੇ ਕਿਤੇ ਕਹਿ ਤਾ ਕਿ ਮੈਂ ਤੁਹਾਡੇ ਨਾਲ ਜਾਣਾ ਤਾਂ ਉਹਨਾਂ ਨੇ ਮਨਾ ਨਹੀਂ ਕੀਤਾ। ਤੇ ਜੋ ਕਰਦੇ ਸੀਗੇ, ਜਿਵੇਂ ਬੇਬਾਕੀ ਨਾਲ ਉਹ ਗੱਲ ਕਰਦੇ ਸੀਗੇ, ਉਹ ਹੌਲੀ ਹੌਲੀ ਇੱਕ ਕਿਸਮ ਦਾ ਮੈਂ ਸਮਝਦਾ ਮੇਰੀ ਟ੍ਰੇਨਿੰਗ ਸੀਗੀ। ਔਰ ਜਿਸ ਤਰੀਕੇ ਦੀ ਹਾਰਡਸ਼ਿਪ ਉਹਨਾਂ ਨੇ ਆਪਣੇ ਤੇ ਹੰਡਾਈ ਆ, ਉਹ ਹਾਰਡਸ਼ਿਪਾਂ ਮਤਲਬ 9-9 ਮਹੀਨੇ ਤੁਸੀਂ ਦੇਖੋ ਉਹਨਾਂ ਨੂੰ ਜੇਲ੍ਹ ਹੋ ਜਾਣੀ ਹੈ, ਕਿਤੇ ਸਾਲ ਲਈ ਜੇਲ੍ਹ 'ਚ ਚਲੇ ਗਏ। ਅਸੀਂ ਛੋਟੇ ਛੋਟੇ ਹੁੰਦੇ ਘਰ ਆਉਂਦੇ ਸੀ ਸਕੂਲੋਂ, ਅਸੀਂ ਫ੍ਰਿਜ ਖੋਲ੍ਹਣਾ ਤੇ ਵਿੱਚ ਅਸੀਂ ਫਰੂਟ ਦੇਖਣਾ, ਅੱਗੇ ਜਥੇਦਾਰ ਜੀ ਹੁੰਦੇ ਸੀ ਤੇ ਅੰਬ, ਖਰਬੂਜੇ, ਸੇਬ ਸੀਜ਼ਨ ਦੇ ਹਿਸਾਬ ਨਾਲ ਤੇ ਖਾਲੀ ਪਿਆ ਹੁੰਦਾ ਸੀਗਾ, ਤੇ ਸਾਡੇ ਮਦਰ ਵੀ ਸਾਨੂੰ ਦੇਖਦੇ ਹੁੰਦੇ ਸੀਗੇ ਕਿ ਬੱਚੇ ਆਉਂਦੇ ਨੇ, ਲੇਕਿਨ ਇਹਨਾਂ ਨੇ ਅਸੀਂ ਕਦੀ ਡਿਮਾਂਡ ਨਹੀਂ ਕੀਤੀ। ਸੋ ਮੈਂ ਸਮਝਦਾ ਕਿ ਅਸੀਂ ਉਹ ਹਾਲਾਤਾਂ ਦੇ ਵਿੱਚੋਂ ਨਿਕਲੇ ਸੀ ਕਿ ਉਸ ਹਾਲਾਤ ਨੇ ਸਾਨੂੰ ਇੱਦਾਂ ਦੀ ਟ੍ਰੇਨਿੰਗ ਦੇ ਦਿੱਤੀ। ਔਰ ਇਹ ਚੀਜ਼ ਅਸੀਂ ਸਿੱਖੀ ਹੈ ਕਿ ਭਾਵੇਂ ਕੋਈ ਵੱਡੇ ਤੋਂ ਵੱਡੀ ਸਰਕਾਰ ਹੋਵੇ, ਵੱਡੇ ਤੋਂ ਵੱਡਾ ਲੀਡਰ ਹੋਵੇ, ਆਪਣੀ ਕੌਮ ਦੀ ਗੱਲ ਕਰਨ ਤੋਂ ਤੁਹਾਡੀ ਜ਼ੁਬਾਨ ਜਿਹੜੀ ਹੈ ਉਹ ਥਿਰਕਣੀ ਨਹੀਂ ਚਾਹੀਦੀ। ਤੇ ਉਹ ਬੇਬਾਕੀ ਨਾਲ ਕਰਦੇ ਸੀ, ਉਹ ਗੱਲਾਂ ਮੈਂ ਉੱਥੋਂ ਸਿੱਖੀਆਂ ਨੇ। ਸੋ ਜਦੋਂ ਫਿਰ ਪਿਤਾ ਜੀ ਤੋਂ ਬਾਅਦ ਤੁਸੀਂ ਘਰ ਦੇ ਵੀ ਬਣ ਜਾਂਦੇ ਹੋ ਕਿ ਤੁਹਾਨੂੰ ਘਰ ਗ੍ਰਸਤੀ ਵੀ ਸੰਭਾਲਣੀ ਹੈ, ਔਰ ਫਿਰ ਤੁਸੀਂ ਸਿਆਸੀ ਵੀ, ਕਿਉਂਕਿ ਸੰਤ ਭਿੰਡਰਾਂ ਵਾਲੇ ਤੁਹਾਨੂੰ ਸਰੋਪਾ ਦੇ ਦਿੰਦੇ ਨੇ ਤੇ ਅਕਾਲੀ ਦਲ ਦੇ ਵਿੱਚ ਜਾਂ ਮਤਲਬ ਇਹਨਾਂ ਸਿਆਸੀ ਮੋਰਚਿਆਂ ਦੇ ਵਿੱਚ ਤੁਹਾਨੂੰ ਦਿੱਲੀ ਦੇ ਵਿੱਚ ਅੱਗੇ ਹੋਣਾ ਪੈਂਦਾ ਹੈ। ਸੋ ਉਸ ਟਾਈਮ ਫਿਰ ਤੁਹਾਡੇ ਤੇ 84 ਦਾ ਜੋ ਵਾਕਿਆ ਵਾਪਰਦਾ ਹੈ, ਬਹੁਤ ਸਾਰੇ ਕੇਸ ਪੈ ਜਾਂਦੇ ਨੇ, ਟਾਡਾ ਲੱਗਦਾ ਹੈ ਤੁਹਾਡੇ ਤੇ, NSA ਲੱਗਦੀ ਹੈ, ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਕਿੱਦਾਂ ਸੰਭਾਲਿਆ ਫਿਰ? ਦੇਖੋ, ਇੱਕ ਤਾਂ ਜਹੇਦਾਰ ਦੀ ਡੈਥ ਤੋਂ ਬਾਅਦ ਸਾਡੇ ਛੋਟੇ ਛੋਟੇ ਬਿਜ਼ਨਸ ਸ਼ੁਰੂ ਕੀਤੇ ਸੀ, ਬੜੇ ਵੱਡੇ ਨੁਕਸਾਨ ਹੋਏ, ਕਾਫੀ ਪ੍ਰੋਬਲਮ ਹੋਈਆਂ। ਮੇਰਾ ਵਿਆਹ ਜਹੇਦਾਰ ਜੀ ਨੇ ਰੱਖਿਆ ਸੀ, ਮੇਰੇ ਵਿਆਹ ਤੋਂ 40 ਦਿਨ ਪਹਿਲੇ ਐਗਜ਼ੈਕਟਲੀ ਜਹੇਦਾਰ ਜੀ ਨੂੰ ਗੋਲੀ ਲੱਗਦੀ ਹੈ ਜੀ। ਤੁਸੀਂ ਇਹ ਸੋਚ ਲਓ ਕਿ ਵਿਆਹਾਂ ਦਾ ਚਾਅ ਹੁੰਦਾ ਲੋਕਾਂ ਨੂੰ, ਸਾਡੇ ਉਹ ਹਾਲਾਤ ਘਰ ਦੇ ਐਸੇ ਸੀ ਕਿ ਵੱਡਿਆਂ ਨੇ ਫੈਸਲਾ ਕੀਤਾ ਕਿ ਡੇਟ ਨਹੀਂ ਬਦਲਣੀ, ਜਹੇਦਾਰ ਜੀ ਰੱਖੀ। ਅਸੀਂ 21 ਬੰਦਿਆਂ ਨੇ ਜਾ ਕੇ ਫੇਰੇ ਲੈ ਲਏ ਔਰ ਘਰ ਆ ਗਏ। ਤੇ ਜਿਸ ਦਿਨ ਭੋਗ ਸੀਗਾ, ਸੰਤਾਂ ਨੇ, ਭਿੰਡਰਾੜਿਆਂ ਨੇ ਜ਼ੋਰ ਪਾਇਆ ਔਰ ਜਿਹੜੇ ਜਹੇਦਾਰ ਜੀ ਦੇ ਸਾਥੀ ਸੀ ਉਹਨਾਂ ਨੇ ਜ਼ੋਰ ਪਾਇਆ ਕਿ ਪਰਿਵਾਰ 'ਚੋਂ ਅਸੀਂ ਕਿਸੇ ਨੂੰ ਅੱਗੇ ਕਰਨਾ ਹੈ ਸਿਆਸਤ ਵਾਸਤੇ। ਜਹੇਦਾਰ ਜੀ ਦੀ ਥਾਂ ਤੇ ਉਹ ਪਰਿਵਾਰ ਨੂੰ ਰਿਪਰੈਜ਼ੈਂਟ ਕਰਨਗੇ, ਤੁਹਾਡੀ ਐਡੀ ਲੰਬੀ ਲੈਗੇਸੀ ਹੈ, ਤੁਸੀਂ ਨਾ ਛੱਡੋ। ਤੇ ਮੇਰੇ ਮਦਰ ਨਹੀਂ ਮੰਨਦੇ ਸੀ। ਅਖੀਰ ਸੰਤਾਂ ਨੇ ਤੇ ਹੋਰ ਜਿਹੜੇ ਮੇਰੇ ਫਾਦਰ ਦੇ ਮਿੱਤਰ ਸੀ ਉਹਨਾਂ ਨੇ ਮਨਾਇਆ, ਤੇ ਫਿਰ ਪਰਿਵਾਰ 'ਚ ਫੈਸਲਾ ਹੋਇਆ ਕਿ ਮਨਜੀਤ ਨੂੰ ਅੱਗੇ ਕੀਤਾ ਜਾਵੇ, ਕਿਉਂਕਿ ਇਹੀ ਮੇਰੇ ਵੱਡੇ ਭਾਈ ਸਾਹਿਬ ਵੀ ਸਨ। ਲੇਕਿਨ ਕਿਉਂਕਿ ਇਹ ਸਿਆਸੀ ਤੌਰ ਤੇ ਜਹੇਦਾਰੀ ਦੇ ਨਾਲ ਰਹੇ ਨੇ ਔਰ ਕਈ ਜਗ੍ਹਾ
ਮੋਰਚਿਆਂ ਦੇ ਵਿੱਚ ਗ੍ਰਿਫਤਾਰੀਆਂ ਜਾਂ ਭੁੱਖ ਹੜਤਾਲਾਂ ਜਾਂ ਮਾਰ ਪੈਣੀ, ਇਹ ਸਾਰਾ ਕੁਝ ਹੋ ਚੁੱਕਾ ਸੀ। ਤੇ ਫਿਰ ਸੰਤ ਭਿੰਡਰਾਂ ਵਾਲੇ ਮੈਨੂੰ ਸਰੋਪਾ ਦਿੰਦੇ ਨੇ ਔਰ ਮੈਨੂੰ ਸਿਆਸਤ ਦੇ ਵਿੱਚ 1982 3 ਜਨਵਰੀ ਜਥੇਦਾਰ ਜੀ ਦੇ ਭੋਗ ਤੇ ਮੈਨੂੰ ਫਾਰਮਲੀ ਉਹਦੇ 'ਚ ਲਿਆਂਦਾ ਜਾਂਦਾ ਔਰ ਫਿਰ ਪਹਿਲੀ ਦਫਾ ਮੈਂ ਯੂਥ ਅਕਾਲੀ ਦਲ ਬਣਾਉਣਾ ਵਾ। ਅੱਜ ਤੱਕ ਯੂਥ ਅਕਾਲੀ ਦਲ ਦਾ ਕਨਸੈਪਟ ਹੀ ਨਹੀਂ ਸੀ ਅਕਾਲੀ ਦਲ ਦੇ ਵਿੱਚ। ਮੇਰੇ ਯੂਥ ਅਕਾਲੀ ਦਲ ਬਣਾਉਣ ਤੋਂ ਬਾਅਦ ਅਕਾਲੀ ਦਲ ਨੇ ਵੀ ਬਣਾਇਆ, ਕਿਉਂਕਿ ਇਸ ਅਕਾਲੀ ਦਲ ਨਾਲ ਉਸ ਵੇਲੇ ਸਾਡਾ ਕੋਈ ਲੈਣ ਦੇਣ ਨਹੀਂ ਸੀਗਾ। ਜਥੇਦਾਰ ਜੀ ਦਾ ਆਪਣਾ ਅਕਾਲੀ ਦਲ ਸੀ, ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ 1975 'ਚ ਜਥੇਦਾਰ ਜੀ ਨੂੰ ਅਕਾਲੀ ਦਲ 'ਚੋਂ ਕੱਢਿਆ ਸੀਗਾ। ਤੇ ਉਹ ਯੂਥ ਅਕਾਲੀ ਦਲ ਜਦੋਂ ਮੈਂ ਬਣਾਉਣਾ ਤੇ ਮੇਰੇ ਤੋਂ ਬਾਅਦ ਅਕਾਲੀ ਦਲ ਬਣਾਉਂਦਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਉਹਦੇ ਪ੍ਰਧਾਨ ਬਣਦੇ ਨੇ। ਤੇ ਪਹਿਲਾ ਹੀ ਕੰਮ ਜਿਹੜਾ ਸੀਗਾ ਕਿ ਇੰਗਲੈਂਡ 'ਚ 8ਵੀਂ ਪੜ੍ਹਦਾ ਬੱਚਾ ਸਰਬਜੀਤ ਸਿੰਘ ਕੱਢਿਆ ਜਾਂਦਾ ਬਾਹਰ। ਮੈਂ ਉਹਦੇ ਲਈ ਬ੍ਰਿਟਿਸ਼ ਹਾਈ ਕਮਿਸ਼ਨ ਦੇ ਅੱਗੇ ਮੁਜ਼ਾਹਰਾ ਰੱਖਦਾ ਵਾਂ। ਮਾਰਗਰੇਟ ਥੈਚਰ ਲੈਟਰ ਲਿਖਦੀ ਹੈ ਮੇਰੇ ਲੈਟਰ ਦੇ ਜਵਾਬ ਦੇ ਵਿੱਚ ਕਿ ਇਹ ਬੱਚੇ ਨੂੰ ਵਾਪਸ ਐਡਮਿਸ਼ਨ ਦਿੱਤੀ ਜਾਏਗੀ, ਇਹਦੇ ਕੇਸ ਨਹੀਂ ਕਤਲ ਕੀਤੇ ਜਾਣਗੇ। ਉੱਥੋਂ ਮੇਰਾ ਇੱਕ ਸਿਆਸੀ ਸਫ਼ਰ ਸ਼ੁਰੂ ਹੁੰਦਾ ਹੈ। ਮੋਰਚਾ ਲੱਗ ਜਾਂਦਾ ਹੈ। ਸੰਤ ਭਿੰਡਰਾਣਿਆਂ ਦੇ ਨਾਲ ਮੇਰੀ ਮਿੱਤਰਤਾ ਸੀਗੀ ਜਥੇਦਾਰ ਜੀ ਕਰਕੇ। ਮੈਂ ਕਈ ਵਾਰੀ ਦਰਬਾਰ ਸਾਹਿਬ ਜਾਣਾ, ਜਾਂ ਉਸ ਤੋਂ ਪਹਿਲੇ ਦਰਬਾਰ ਸਾਹਿਬ ਉਹ 83 ਜਾਂਦੇ ਨੇ, 82 ਦੇ ਵਿੱਚ ਮੈਂ ਦਿੱਲੀ 15 ਦਿਨ ਉਹਨਾਂ ਨੂੰ ਬੁਲਾਉਣਾ ਵਾ, ਦਿੱਲੀ ਸਮਾਗਮ ਕਰਨਾ ਵਾ। ਮੈਨੂੰ ਇੰਦਰਾ ਗਾਂਧੀ ਬੁਲਾ ਲੈਂਦੀ ਹੈ, ਗਿਆਨੀ ਜ਼ੈਲ ਸਿੰਘ ਹੋਮ ਮਿਨਿਸਟਰ ਸ਼ਿਕਾਇਤ ਕਰਦਾ ਕਿ ਸਾਰਾ ਕੁਝ ਮਨਜੀਤ ਕਰਦਾ ਪਿਆ, ਸੰਤਾਂ ਨੂੰ ਇਹ ਲੈ ਕੇ ਆਇਆ। ਔਰ ਫੈਕਟ ਵੀ ਇਹ ਸੀਗਾ ਕਿ ਮੈਂ ਲੈ ਕੇ ਆਇਆ ਸੀਗਾ। ਔਰ ਇੰਦਰਾ ਗਾਂਧੀ ਮੈਨੂੰ ਬੁਲਾਉਂਦੀ ਹੈ, ਮੈਨੂੰ ਪੁੱਛਦੀ ਵੀ ਹੈ, ਤੇ ਮੈਂ ਉਹਨੂੰ ਆਖਦਾ ਕਿ ਸੰਤ ਤੇ ਪ੍ਰਚਾਰ ਕਰਦੇ ਨੇ, ਦਿੱਲੀ 'ਚ ਅੰਮ੍ਰਿਤ ਸੰਚਾਰ ਕਰ ਰਹੇ ਨੇ, ਪੂਰੇ ਪੰਜਾਬ 'ਚ ਕਰਦੇ ਰਹੇ ਨੇ, ਹਰਿਆਣੇ 'ਚ ਕਰਦੇ ਰਹੇ ਨੇ, ਦਿੱਲੀ ਆਏ ਨੇ। ਹਾਂ, ਦਿੱਲੀ ਉਹਨਾਂ ਦੇ ਪ੍ਰੋਗਰਾਮ ਸਾਰੇ ਮੈਂ ਆਰਗੇਨਾਈਜ਼ ਕਰਾ ਰਿਹਾ ਵਾਂ। ਆਇਓ ਆਪਣੀ ਮਰਜ਼ੀ ਨਾਲ। ਫੈਕਟ ਇਹ ਸੀਗਾ ਕਿ ਮੈਂ ਹੀ ਉਹਨਾਂ ਨੂੰ ਲੈ ਕੇ ਆਇਆ ਸੀਗਾ। ਤੇ ਫਿਰ ਉਹ ਮੈਨੂੰ ਆਖਦੀ ਹੈ ਕਿ 250 ਬੰਦੇ ਬੰਦੂਕਾਂ ਵਾਲੇ ਬੱਸਾਂ ਦੇ ਉੱਤੇ ਬਿਠਾ ਰਹੇ ਨੇ, ਤੇ ਆਪ उनको ये रिक्वेस्ट कर दो कि वो 10 बंदे ऊपर बिठा लें, कम बिठा लें, सारे अंदर बिठा लें, यहाँ पे उनको कोई खतरा नहीं है। संतां कोल मैं जाना वा, संत जी ਨੂੰ ਮੈਂ ਸਾਰੀ ਗੱਲ ਦੱਸਦਾ ਵਾਂ ਤੇ ਕਹਿੰਦੇ ਤੂੰ ਕੀ ਕਹਿਣਾ। ਮੈਂ ਕਿਹਾ ਸੰਤ ਜੀ ਇਹ ਡਰੀ ਪਈ ਹੈ ਸਰਕਾਰ, ਇਹਨਾਂ ਨੇ ਤੁਹਾਨੂੰ ਹੱਥ ਨਹੀਂ ਲਾਣਾ। ਜੇ ਬੱਸਾਂ ਦੇ ਅੰਦਰ ਬੈਠੇ ਨੇ ਤੇ ਕਿੰਨੀ ਦੇਰ ਲੱਗਦੀ ਬਾਹਰ ਨਿਕਲਣ ਨੂੰ, ਆਪਾਂ 10 ਬੰਦੇ ਬਿਠਾ ਲਈਏ ਉੱਤੇ, ਸਾਨੂੰ ਕੋਈ ਇੱਥੇ ਪ੍ਰੋਬਲਮ ਨਹੀਂ ਹੈ ਔਰ ਸਾਡੇ ਸਾਰੇ ਪ੍ਰੋਗਰਾਮ ਦਿੱਲੀ ਸਮੂਥਲੀ ਚੱਲਣਗੇ, ਕਿਤੇ ਰੁਕਾਵਟ ਨਹੀਂ ਪਏਗੀ। ਔਰ ਉਹ ਗੱਲ ਹੋਈ ਕਿ ਅਸੀਂ ਸਾਰੇ ਪ੍ਰੋਗਰਾਮ ਕੀਤੇ, ਅਲੱਗ-ਅਲੱਗ ਅੰਮ੍ਰਿਤ ਸੰਚਾਰ ਹੋਇਆ। ਔਰ ਜੇ ਨਿਰੰਕਾਰੀ ਮੋਰਚੇ ਦੇ ਵਿੱਚ ਮੈਨੂੰ ਫੋਨ ਕਰਦੇ ਨੇ ਸੰਤ ਜੀ ਇੱਕ ਦਿਨ ਕਿ ਮਨਜੀਤ 30,000 'ਚ ਨਾ 20,000 ਦੀਆਂ 2 ਜ਼ਮਾਨਤਾਂ ਸੋਮਵਾਰ ਨੂੰ ਲੈ ਕੇ ਜਾਈ, ਜ਼ਮਾਨਤ ਕਰਾਣੀ। ਸਾਰ ਕੁੰਦਨ ਸਿੰਘ ਬੰਬੇ ਵਾਲੇ ਸੀਗੇ, ਇੱਕ ਹੋਰ ਸੱਜਣ ਸੀ, ਉਹਨਾਂ ਦੀ ਜ਼ਮਾਨਤਾਂ ਕਰਾਣੀਆਂ ਨੇ। ਤੇ ਮੈਂ ਸੰਤ ਜੀ ਨੂੰ ਆਖਦਾ ਕਿ ਤੁਸੀਂ ਫੋਨ ਕਿਉਂ ਕਰਦੇ ਹੋ, ਸੁਨੇਹਾ ਭੇਜ ਦਿਆ ਕਰੋ। ਇਸੇ ਤਰੀਕੇ ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਕਨਵੈਨਸ਼ਨ ਬੰਗਲਾ ਸਾਹਿਬ ਹੋਈ। ਮੈਨੂੰ ਫੋਨ ਆਉਂਦਾ ਹੈ ਕਿ ਮਨਜੀਤ ਤੂੰ ਉੱਥੇ ਜਾ ਕੇ ਤੂੰ ਉਹਨਾਂ ਦੀ ਮਦਦ ਕਰਨੀ। ਤੇ ਮੈਂ ਕਿਹਾ ਸੰਤ ਜੀ ਮੈਂ ਉਹਨਾਂ ਨੂੰ 10,000 ਰੁਪਇਆ ਇਕੱਠਾ ਕਰਕੇ ਦੇ ਦਿੱਤਾ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਕਨਵੈਨਸ਼ਨ ਵਾਸਤੇ। ਕਹਿੰਦੇ ਮੈਨੂੰ ਪਤਾ ਤੂੰ ਪੈਸੇ ਦੇ ਦਿੱਤੇ, ਪਰ ਤੂੰ ਬੋਲੇਗਾ ਉੱਥੇ, ਤੈਨੂੰ ਬੋਲਣਾ ਪੈਣਾ ਜਾ ਕੇ। ਤੇ ਮੈਂ ਕਿਹਾ ਸੰਤ ਜੀ ਹੁਣ ਤੁਸੀਂ ਮੈਨੂੰ ਵੀ ਪਰਮਾਨੈਂਟ ਜੇਲ੍ਹ 'ਚ ਭੇਜਣ ਦੀ ਤਿਆਰੀ ਤੁਸੀਂ ਕਰ ਲਈ ਹੈ, ਪਰ ਹੁਣ ਤੁਹਾਡਾ ਹੁਕਮ ਹੋਇਆ ਮੈਂ ਬੋਲੂੰਗਾ ਜ਼ਰੂਰ। ਔਰ ਮੈਂ ਬੋਲਿਆ ਉੱਥੇ ਜਾ ਕੇ। NSA ਲੱਗਾ ਮੇਰੇ ਉੱਤੇ, ਕਿਤੇ ਟਾੜਾ ਲੱਗਦਾ ਰਿਹਾ, ਕਿਤੇ ਪਾਸਪੋਰਟ ਪਾਉਣ ਹੁੰਦਾ ਰਿਹਾ। 1985 'ਚ 84 ਦੇ ਦੰਗਿਆਂ ਤੋਂ ਬਾਅਦ, ਕਤਲੇਆਮ ਤੋਂ ਬਾਅਦ ਟਰਾਂਜ਼ਿਸਟਰ ਬੰਬ ਚੱਲਦੇ ਨੇ, ਉਹ ਬੰਬ ਕੇਸ 'ਚ ਮੈਨੂੰ ਚੁੱਕ ਕੇ ਲੈ ਜਾਂਦੇ ਨੇ। ਸੋ ਬੜੀ ਤਸ਼ੱਦਦ, ਬੜਾ ਕੁਛ ਸਿਆ। 1991 'ਚ ਫਿਰ ਮੈਂ ਸਾਰੇ ਕੇਸਾਂ 'ਚੋਂ ਬਰੀ ਹੁੰਦਾ ਵਾ, ਪਾਸਪੋਰਟ ਵਾਪਸ ਮਿਲਦਾ ਹੈ, ਮੈਂ ਬਾਹਰ ਜਾਣਾ ਸ਼ੁਰੂ ਕਰਦਾ ਵਾਂ। ਸੋ ਇੱਕ ਇਹ ਸਫ਼ਰ ਰਿਹਾ ਸ਼ੁਰੂ ਦਾ। ਔਰ ਜਦੋਂ ਪਹਿਲੀ ਵਾਰੀ 95 'ਚ ਮੈਂ ਇਲੈਕਸ਼ਨ ਲੜਦਾ ਵਾਂ, ਉਦੋਂ ਵੀ ਮਦਰ ਕਹਿੰਦੇ ਸੀ ਨਾ ਲੜ ਤੂੰ ਇਲੈਕਸ਼ਨ, ਅਸੀਂ ਐਕਟਿਵ ਨਹੀਂ ਹੋਣਾ। ਸਾਨੂੰ ਮਿਲਿਆ ਕੀ, ਏਡੇ ਕਾਲਜ ਸਕੂਲ ਮਸਲੇ ਹੱਲ ਕਰਨ ਤੋਂ ਬਾਅਦ ਗੋਲੀ ਮਿਲੀ, ਕੌਣ ਪੁੱਛਣ ਆਇਆ ਸਾਨੂੰ। ਅੱਜ 95 ਆ ਗਿਆ, 81 ਡੈਥ ਹੋਈ, 14 ਸਾਲ ਹੋ ਗਏ, 15 ਸਾਲ। ਮੇਰਾ ਛੋਟਾ ਬ੍ਰਦਰ ਨਿਊਯਾਰਕ ਹੁੰਦਾ ਸੀਗਾ, ਮੈਂ ਉਹਨਾਂ ਸਲਾਹ ਕੀਤੀ। ਉਹ ਕਹਿੰਦਾ ਮਨਜੀਤ ਤੂੰ ਜ਼ਰੂਰ ਇਲੈਕਸ਼ਨ ਲੜ, ਜੇ ਤੂੰ ਇਲੈਕਸ਼ਨ ਨਹੀਂ ਲੜੇਗਾ ਨਾ 5-10 ਸਾਲਾਂ ਬਾਅਦ ਹੋਰ ਲੋਕੀ ਨਾ ਕਹਿਣਾ ਸ਼ੁਰੂ ਕਰ ਦੇਣਗੇ ਕਤਵਾਲੀ ਇਹ ਫਲਾਣੇ ਪ੍ਰਧਾਨ ਨੇ ਲਈ ਸੀ, ਇਹ ਸਕੂਲ ਫਲਾਣੇ ਪ੍ਰਧਾਨ ਨੇ ਬਣਾਏ ਸੀ, ਜਥੇਦਾਰ ਜੀ ਦਾ ਕੋਈ ਨਾਂ ਨਹੀਂ ਲਏਗਾ। ਤੂੰ ਅਗਰ ਆਏਗਾ ਤੇ ਜਥੇਦਾਰ ਸੰਤੋਖ ਸਿੰਘ ਦਾ ਨਾਂ ਜਿੰਦਾ ਰਹੂਗਾ ਔਰ ਸਾਡਾ ਇਤਿਹਾਸ ਜਿੰਦਾ ਰਹੂਗਾ। ਨਾ ਐਕਟਿਵ ਹੋਈ। ਸੋ ਮੈਂ ਇਲੈਕਸ਼ਨ ਲੜਿਆ ਔਰ ਬੜੀ ਵੱਡੀ ਮੈਜੋਰਟੀ ਨਾਲ ਜਿੱਤਿਆ। ਤੁਸੀਂ ਸੰਤ ਭਿੰਡਰਾਂਵਾਲਾ ਜੀ ਦੇ ਨੇੜੇ ਸੀ, ਤੁਹਾਡੀ ਇੱਕ ਅਖਬਾਰ 'ਚ ਫੋਟੋ ਵੀ ਛਪਦੀ ਹੈ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋ ਜਾਂਦਾ ਹੈ ਉਸ ਤੋਂ ਬਾਅਦ। ਤੇ ਇਨ ਬਿਟਵੀਨ ਤੁਸੀਂ ਆਉਂਦੇ ਜਾਂਦੇ ਰਹਿੰਦੇ ਸੀ, ਮਿਲਦੇ ਰਹਿੰਦੇ ਸੀ। ਤੁਹਾਨੂੰ ਲੱਗਦਾ ਕਿ ਕੀ 84 ਰੋਕਿਆ ਜਾ ਸਕਦਾ ਸੀ?
100% 84 ਰੋਕਿਆ ਜਾ ਸਕਦਾ ਸੀਗਾ। ਪਰ ਕਿਉਂ ਦੇਖੋ, ਨਹੀਂ ਰੁਕਿਆ ਫਿਰ? ਜੇ ਜਥੇਦਾਰ ਸੰਤੋਖ ਸਿੰਘ ਜੀ ਦੇ ਹੁੰਦੇ ਤੇ 84 ਰੁਕ ਜਾਂਦਾ। ਇੰਦਰਾ ਗਾਂਧੀ ਨੂੰ ਇਹ ਗੱਲ ਪੜ੍ਹਾ ਦਿੱਤੀ ਗਈ ਸੀਗੀ ਕਿ ਜਦੋਂ ਉਹ 80 ਚ ਜਿੱਤਦੀ ਹੈ ਤਾਂ 85 ਚ ਇਲੈਕਸ਼ਨਾਂ ਹੋਣੀਆਂ ਸੀਗੀਆਂ, 5 ਸਾਲ ਦੀ ਟਰਮ ਹੁੰਦੀ ਹੈ। ਜੀ। ਭੁੱਖਮਰੀ, ਅਨਐਮਪਲੋਇਮੈਂਟ, ਕਿਸਾਨੀ ਪ੍ਰੋਬਲਮਸ, ਹੋਰ ਜਿਹੜੀਆਂ ਨਕਸਲਵਾੜੀ ਪ੍ਰੋਬਲਮਸ, ਇਹ ਸਾਰੀਆਂ ਚੱਲਦੀਆਂ ਪਈਆਂ ਸੀਗੀਆਂ। ਇੰਦਰਾ ਗਾਂਧੀ ਕੋਲ ਕੋਈ ਰਸਤਾ ਨਹੀਂ ਸੀ। ਦੂਜੀ ਗੱਲ, ਇੰਦਰਾ ਗਾਂਧੀ ਬਹੁਤ ਵੱਡੇ ਡਿਪਰੈਸ਼ਨ ਚਲੀ ਗਈ ਸੀ ਜਦੋਂ ਸੰਜੇ ਗਾਂਧੀ ਦੀ ਡੈਥ ਹੁੰਦੀ ਹੈ 80-81 ਦੇ ਵਿੱਚ। 80 ਚ ਡੈਥ ਹੋਈ ਹੈ ਮੇਰੇ ਹਿਸਾਬ ਨਾਲ। ਰਾਜੀਵ ਗਾਂਧੀ ਰਿਲੈਕਟੈਂਟ ਸੀਗਾ ਪੋਲੀਟਿਕਸ ਜਾਣ ਨੂੰ, ਹੌਲੀ ਹੌਲੀ ਉਸ ਨੂੰ ਗਰੂਮ ਕਰਦੀ ਪਈ ਸੀਗੀ। ਉਹਦੇ ਹੱਥ 'ਚ ਨਾ ਜਿੱਦਾਂ ਕੰਟਰੋਲ ਉਹ ਨਹੀਂ ਰਿਹਾ ਸੀ ਜੋ ਇੰਦਰਾ ਗਾਂਧੀ ਪਹਿਲੇ ਇੰਦਰਾ ਗਾਂਧੀ ਸੀਗੀ। ਤੇ ਇਹ ਸਮਝਾ ਦਿੱਤਾ ਗਿਆ ਸੀਗਾ ਕਿ ਭਿੰਡਰਾਂ ਦਰਬਾਰ ਸਾਹਿਬ ਦੇ ਉੱਤੇ ਅਗਰ ਤੁਸੀਂ ਹਮਲਾ ਕਰਦੇ ਹੋ ਤੇ ਉਹਦਾ ਰਿਪਰਕਸ਼ਨ ਇਹ ਹੋਏਗਾ ਕਿ ਜਦੋਂ ਅਸੀਂ ਸੰਤਾਂ ਨੂੰ ਐਲੀਮੀਨੇਟ ਕਰ ਦਈਏ ਕਿਸੇ ਵੀ ਫਾਰਮ ਦੇ ਵਿੱਚ, ਅਸੀਂ ਹਿੰਦੁਸਤਾਨ 'ਚ ਭਰੋਸਾ ਦਿਵਾ ਦੇਵਾਂਗੇ ਕਿ ਅਗਰ ਕੋਈ ਹਿੰਦੁਸਤਾਨ ਦਾ ਰਖਵਾਲਾ ਹੈ, ਜਾਂ ਇਹ ਕਹਿ ਦੇਵਾਂ ਕਿ ਹਿੰਦੂ ਸਿੱਖ ਡਿਵਾਈਡ ਕਰ ਦਿੱਤੀ ਗਈ ਸੀ, ਹਿੰਦੂਆਂ ਦਾ ਕੋਈ ਰਖਵਾਲਾ ਹੈ, ਤੇ ਅਸੀਂ ਸੈਂਟੀਮੈਂਟਲ ਉਸ 'ਤੇ ਵੋਟਾਂ ਲੈ ਜਾਵਾਂਗੇ, ਲੋਕਾਂ ਦਾ ਧਿਆਨ ਇੱਥੋਂ ਹਟ ਜਾਏਗਾ। ਅਲਟੀਮੇਟਲੀ ਇੰਦਰਾ ਗਾਂਧੀ ਦਾ ਝੂਠ ਵੀ ਫੜਿਆ ਗਿਆ ਕਿ ਮੈਂ ਤਾਂ ਲਾਸਟ ਮੂਮੈਂਟ 'ਚ ਮਈ ਦੇ ਅਖੀਰਲੇ ਹਫ਼ਤੇ 'ਚ 84 'ਚ ਫੈਸਲਾ ਕੀਤਾ, ਜਦ ਕਿ 1983 ਦੇ ਵਿੱਚ ਇਹਨੇ ਸਤੰਬਰ ਦੇ ਮਹੀਨੇ 'ਚ ਚਿੱਠੀ ਲਿਖੀ ਸੀ ਉਸ ਨੂੰ, ਮਾਰਗਰਟ ਥੈਚਰ ਨੂੰ, ਕਿ ਮੈਨੂੰ ਇਹ ਦੱਸ ਜੇ ਮੈਂ ਗੋਲਡਨ ਟੈਂਪਲ ਅੰਦਰ ਜਾਣਾ ਤੇ ਉਹਨਾਂ ਦੀ ਜਿਹੜੀ M5 ਜਾਂ ਕਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਉਹ ਸਾਨੂੰ ਇਨਪੁਟਸ ਦੇਵੇ ਕਿ ਸਾਨੂੰ ਕੀ ਕਰਨਾ ਚਾਹੀਦਾ। ਸੋ ਮੈਂ ਸਮਝਦਾ ਸਾਰੀ ਪਲੈਨਡ ਸੀ ਗੱਲ। ਔਰ ਇਸੇ ਗੱਲ ਦਾ ਜਿਹੜੀ ਮੈਂ ਗੱਲ ਕਰ ਰਿਹਾ, ਇਸ ਤੱਥਾਂ ਨੂੰ ਮੈਂ ਇਸ ਕਰਕੇ ਵੀ ਮਜ਼ਬੂਤੀ ਦਿੰਦਾ ਵਾਂ ਕਿ ਆਜ਼ਾਦੀ ਤੋਂ ਬਾਅਦ ਪ੍ਰਾਈਮ ਮਿਨਿਸਟਰ ਨਹਿਰੂ ਜਿਹੜਾ ਸੀਗਾ ਉਹਦੇ ਪਿੱਛੇ ਮਹਾਤਮਾ ਗਾਂਧੀ ਖੜਾ ਸੀ, ਉਹ 406 ਸੀਟਾਂ ਨਹੀਂ ਜਿੱਤ ਸਕਿਆ ਸੀਗਾ ਜਦੋਂ ਆਪੋਜੀਸ਼ਨ ਹੀ ਕੋਈ ਨਹੀਂ ਸੀਗੀ, ਸਿਰਫ ਕਾਂਗਰਸ ਸੀਗੀ, ਇੰਟਰਨੈਸ਼ਨਲ ਕਾਂਗਰਸ। ਇੰਦਰਾ ਗਾਂਧੀ 71 ਦੀ ਜੰਗ ਜਿੱਤਦੀ ਹੈ, ਸਭ ਤੋਂ ਵੱਡਾ ਆਪੋਜੀਸ਼ਨ ਦਾ ਲੀਡਰ ਵਾਜਪਾਈ, ਅਟਲ ਬਿਹਾਰੀ ਵਾਜਪਾਈ ਜੀ, ਉਹ ਆਖਦੇ ਨੇ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ। ਉਹ ਤਾਂ ਨਹੀਂ 406 ਸੀਟਾਂ ਜਿੱਤ ਸਕਦੀ, ਲੇਕਿਨ ਦਰਬਾਰ ਸਾਹਿਬ ਐਕਸ਼ਨ ਤੋਂ ਬਾਅਦ, ਇੰਦਰਾ ਗਾਂਧੀ ਦੀ ਡੈਥ ਤੋਂ ਬਾਅਦ, ਹਿੰਦੁਸਤਾਨ 'ਚ ਸਾਡਾ ਕਤਲੇਆਮ ਹੋਣ ਤੋਂ ਬਾਅਦ ਜਿਹੜਾ ਰਾਜੀਵ ਗਾਂਧੀ ਹੈ ਉਹ 406 ਸੀਟਾਂ ਲੈ ਕੇ ਆਉਂਦਾ ਹੈ। ਮੈਂ ਸਮਝਦਾ ਉਹ ਨਫ਼ਰਤ ਦੇ ਬੀਜ ਬੋਏ ਸੀਗੇ, ਉਹਦੇ ਨਾਲ ਮੁਲਕ ਦਾ ਨੁਕਸਾਨ ਹੋਇਆ, ਇੰਦਰਾ ਦੇ ਆਪਣਾ ਨੁਕਸਾਨ ਹੋਇਆ, ਸਾਡਾ ਬਹੁਤ ਵੱਡਾ ਨੁਕਸਾਨ ਹੋਇਆ, ਅਸੀਂ ਸੈਕੰਡ ਕਲਾਸ ਸਿਟੀਜ਼ਨ ਵੀ ਬਣੇ, ਅਸੀਂ ਸਾਡਾ ਕਤਲੇਆਮ ਵੀ ਹੋਇਆ। ਅੱਜ ਤੱਕ ਅਸੀਂ ਉਹਦੇ ਵਾਸਤੇ ਲੜਦੇ ਪਏ ਹਾਂ, ਇਨਸਾਫ ਵਾਸਤੇ। ਮੈਂ ਸਮਝਦਾ ਕਿ ਇਹ ਅਵੋਇਡ ਇਸ ਲਈ ਹੋ ਸਕਦਾ ਕਿ ਜੇ ਜਥੇਦਾਰ ਸੰਤੋਖ ਸਿੰਘ ਵਰਗਾ ਕੱਦਾਵਰ ਲੀਡਰ ਹੁੰਦਾ, ਉਹਨੇ ਬ੍ਰਿਜ ਦਾ ਕੰਮ ਕਰ ਜਾਣਾ ਸੀਗਾ, ਇਹ ਇੱਥੋਂ ਤੱਕ ਮਸਲਾ ਆਉਣ ਨਹੀਂ ਦੇਣਾ ਚਾਹੀਦਾ ਸੀਗਾ। ਤੁਸੀਂ ਦੇਖੋ 81 ਦਸੰਬਰ ਨੂੰ ਡੈਥ ਹੁੰਦੀ ਹੈ, 82 ਤੋਂ ਹਾਲਾਤ ਵਿਗੜਨੇ ਸ਼ੁਰੂ ਹੋ ਜਾਂਦੇ ਆ, 82 ਦੇ ਵਿੱਚ ਧਰਮ ਯੁੱਧ ਮੋਰਚਾ ਲੱਗ ਜਾਂਦਾ। ਸੋ ਇਹ ਚੀਜ਼ਾਂ ਸਾਰੀਆਂ ਮੈਂ ਤੁਹਾਨੂੰ ਡੇਟ ਵਾਈਜ਼ ਦੱਸੀਆਂ। ਤੇ ਇਹ ਕੀ ਕਦੇ ਸੰਤ ਭਿੰਡਰਾਂ ਵਾਲੇ ਤੇ ਇੰਦਰਾ ਗਾਂਧੀ ਮਿਲੇ ਸੀ ਆਪਸ ਫੇਸ ਟੂ ਫੇਸ? ਕਦੇ ਉਹਨਾਂ ਦੀ ਵਾਰਤਾਲਾਪ ਹੋਈ ਇਸ ਮੁੱਦੇ ਨੂੰ ਲੈ ਕੇ? ਨਾ, ਕਦੀ ਵੀ ਨਹੀਂ, ਕਦੀ ਵੀ ਨਹੀਂ। ਕੋਸ਼ਿਸ਼ ਵੀ ਨਹੀਂ ਕੀਤੀ ਗਈ। ਇੱਕ ਮੀਟਿੰਗ ਰੱਖੀ ਗਈ ਸੀਗੀ, ਰਾਜੀਵ ਗਾਂਧੀ ਨੇ ਤੇ ਸੰਤ ਭਿੰਡਰਾਂ ਵਾਲੇ ਨੇ ਮਿਲਣਾ ਸੀਗਾ, ਔਰ ਉਹ ਇਸੇ ਲਈ ਕਿ ਹਲੇ ਧਰਮ ਯੁੱਧ ਮੋਰਚਾ ਹਲੇ ਲੱਗਿਆ ਨਹੀਂ ਸੀਗਾ ਕਿ ਵੀ ਕਿਸੇ ਤਰੀਕੇ ਕੋ ਹਾਲਾਤ ਇੱਦਾਂ ਦੇ ਹੋਣ। ਸੈਂਟਰ ਸਰਕਾਰ ਮੁਕਰ ਗਈ ਉਹ ਮੀਟਿੰਗ 'ਚ, ਰਾਜੀਵ ਗਾਂਧੀ ਜਿਹੜਾ ਸੀਗਾ ਜਿੱਥੇ ਜਾਣਾ ਸੀ ਨਹੀਂ ਗਿਆ। ਸੈਕੰਡਲੀ ਜਦੋਂ ਪੀਕ 'ਤੇ ਪਹੁੰਚ ਗਿਆ ਸੀ ਉਦੋਂ ਨੈਗੋਸੀਏਸ਼ਨਸ ਹੋਈਆਂ, ਉਦੋਂ ਕਿਉਂਕਿ ਸੰਤ ਲੋਂਗੋਵਾਲ ਨੇ ਇੱਕ ਡਰਾਫਟ ਦਿੱਤਾ ਸੀਗਾ ਇੰਦਰਾ ਗਾਂਧੀ ਨੂੰ, ਉਹਦੇ 'ਤੇ ਸਹਿਮਤੀ ਵੀ ਬਣ ਗਈ ਸੀਗੀ, ਸਿਰਫ ਦਸਤਖਤ ਹੋਣੇ ਸੀਗੇ, ਪਲੇਨ ਤਿਆਰ ਖੜਾ ਸੀ ਸੰਤਾਂ ਦੇ ਦਸਤਖਤ ਕਰਾਉਣ ਲਈ। ਲੇਕਿਨ ਇੰਦਰਾ ਗਾਂਧੀ ਉੱਥੇ ਮੁਕਰ ਗਈ ਕਿਉਂਕਿ ਇੰਦਰਾ ਗਾਂਧੀ ਦੇ ਉੱਤੇ ਜਿਹੜੇ ਉਹਦੇ ਐਡਵਾਈਜ਼ਰ ਸੀ, ਅਰੁਣ ਨਹਿਰੂ, ML ਫੋਤੇਦਾਰ, ਅਰੁਣ ਸਿੰਘ, ਇਹਨਾਂ ਨੇ ਦਬਾਅ ਪਾਇਆ ਕਿ ਇਹ ਸਮਝੌਤਾ ਕਰਨ ਦੀ ਲੋੜ ਨਹੀਂ, ਦਰਬਾਰ ਸਾਹਿਬ ਐਂਟਰ ਕਰਾਂਗੇ, ਅਸੀਂ ਇਲੈਕਸ਼ਨ ਜਿੱਤਾਂਗੇ, ਸਾਨੂੰ ਪੋਲੀਟੀਕਲ ਗੇਨ ਇਹ 'ਚੋਂ ਕੱਢਣਾ ਚਾਹੀਦਾ। ਮੈਂ ਸਮਝਦਾ ਉੱਥੇ ਜੇ ਜਥੇਦਾਰ ਸੰਤੋਖ ਸਿੰਘ ਵਰਗਾ ਲੀਡਰ ਹੁੰਦਾ ਤਾਂ ਉਹਨਾਂ ਨੇ ਬੀਬੀ ਕਹਿਣਾ ਸੀ, ਬੀਬੀ ਇੱਥੇ ਦਸਤਖਤ ਕਰ, ਨਹੀਂ ਤਾਂ ਮੁਲਕ ਤਬਾਹ ਹੋ ਜਾਣਾ। ਜਥੇਦਾਰ ਸੰਤੋਖ ਸਿੰਘ ਉਹਨਾਂ ਦਾ ਲੈਕਚਰ ਹੈ ਜਿੱਦਣ ਸੰਤ ਭਿੰਡਰਾਂ ਵਾਲੇ ਗ੍ਰਿਫਤਾਰ ਹੁੰਦੇ ਨੇ 20 ਸਤੰਬਰ 1981 ਨੂੰ ਚੌਂਕ ਮਹਿਤੇ। ਉਹ ਲੈਕਚਰ ਜਿਹੜਾ 3 ਮਿੰਟ ਦਾ, ਉਹ ਕਾਰਨ ਬਣਿਆ ਜਥੇਦਾਰ ਜੀ ਦੇ ਕਤਲ ਦਾ ਵੀ, ਕਿ ਬਈ ਗਿਆਨੀ ਜ਼ੈਲ ਸਿੰਘ ਹੋਰਾਂ ਨੂੰ ਇੰਦਰਾ ਗਾਂਧੀ ਦੇ ਕੰਨ ਭਰਨ ਦਾ ਮੌਕਾ ਮਿਲ ਗਿਆ ਕਿ ਇਹ ਜਿਹੜਾ ਲੀਡਰ ਹੈ ਸੰਤੋਖ ਸਿੰਘ, ਇਹ ਆਪਣੇ ਸ਼ੂ ਤੋਂ ਬਾਹਰ ਜਾ ਰਿਹਾ, ਇਹ ਭਿੰਡਰਾੜੇ ਨਾਲ ਖੜਾ ਹੋ ਗਿਆ,
ਔਰ ਕੱਲ ਨੂੰ ਇਹ ਪੰਜਾਬੋਂ ਬਾਹਰ ਵੀ ਹਾਲਾਤ ਵਿਗੜ ਸਕਦੇ ਨੇ। ਜੀ ਮੈਂ ਸਮਝਦਾ ਕਾਫੀ ਕੁਝ ਸਿਆਸੀ ਇਹਦੇ 'ਚ ਪੇਚ ਹੈਗੇ ਨੇ ਜਿਹੜੇ ਲੋਕਾਂ ਦੇ ਅੱਗੇ ਨਹੀਂ ਹੈਗੇ, ਕਿਉਂਕਿ ਮੈਂ ਉਸ ਪਰਿਵਾਰ 'ਚੋਂ ਹਾਂ, ਮੇਰੇ ਹੱਡਾਂ ਤੇ ਸਾਰਾ ਕੁਝ ਬੀਤਿਆ ਤੇ ਮੈਨੂੰ ਇਹ ਗੱਲਾਂ ਪਤਾ ਨੇ ਸਾਰੀਆਂ। ਜਿਹੜੀ ਮੀਟਿੰਗ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਰਾਜੀਵ ਗਾਂਧੀ ਔਰ ਸੰਤ ਭਿੰਡਰਾਂਵਾਲਿਆਂ ਵਿਚਕਾਰ ਹੋਣੀ ਸੀ ਤੇ ਉੱਥੇ ਰਾਜੀਵ ਗਾਂਧੀ ਨਹੀਂ ਪਹੁੰਚੇ, ਇਸ ਬਾਬਤ ਮੈਂ ਇੱਕ ਇੰਟਰਵਿਊ ਸੁਣੀ ਹੈ ਤਰਲੋਚਨ ਸਿੰਘ ਹੋਰਾਂ ਦੀ। ਉਹ ਕਹਿ ਰਹੇ ਨੇ ਕਿ ਉਹ ਸੁਨੇਹਾ ਸੰਤ ਭਿੰਡਰਾਂਵਾਲਿਆਂ ਤੱਕ ਨਹੀਂ ਪਹੁੰਚਿਆ ਮੀਟਿੰਗ ਦਾ। ਸੋ ਕੀ ਸੱਚਾਈ ਕੀ ਹੈ? ਮੈਂ ਸਮਝਦਾ ਕਿ ਉਹਨਾਂ ਨੂੰ ਆਪਣੀ ਕੋਈ ਇਨਫੋਰਮੇਸ਼ਨ ਹੋਣੀ ਹੈ। ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਉਹ ਮੈਨੂੰ ਚੰਗੀ ਤਰ੍ਹਾਂ ਪਤਾ, ਕਿਉਂਕਿ ਸਰ ਬੂਟਾ ਸਿੰਘ ਨੇ ਮੇਰੇ ਨਾਲ ਗੱਲ ਕੀਤੀ ਸੀਗੀ। ਉਹਨਾਂ ਨੇ ਆਖਿਆ ਕਿ ਇਹ ਬਹੁਤ ਹਾਲਾਤ ਵਿਗੜ ਜਾਣਗੇ, ਹਲੇ ਮੋਰਚਾ ਲੱਗਾ ਨਹੀਂ ਸੀਗਾ ਜੀ ਜੀ ਕਿ ਬਈ ਇਹਨਾਂ ਦੀ ਆਪਸ ਵਿੱਚ ਗੱਲ ਕਰਾ ਦਈਏ। ਸੰਤਾਂ ਦੇ ਜਿਹੜੇ ਮਸਲੇ ਹੈਗੇ ਨੇ, ਉਹ ਜਿਹੜੇ ਮਸਲੇ ਨੇ ਉਹ ਸਰਕਾਰ ਜਿਹੜੀ ਹੈ ਉਸ ਤੋਂ ਅਸੀਂ ਮਨਵਾ ਦਈਏ ਜਿਹੜੇ ਸੰਤਾਂ ਦੇ ਇਸ਼ੂਜ਼ ਹੈਗੇ ਨੇ। ਤੇ ਸੰਤਾਂ ਦੇ ਇਸ਼ੂਜ਼ ਕੋ ਖਾਲਿਸਤਾਨ ਦੇ ਤੇ ਹੈ ਨਹੀਂ ਸੀਗੇ। ਅਨੰਦਪੁਰ ਸਾਹਿਬ ਦੀ ਰੈਜ਼ੋਲੂਸ਼ਨ ਦੀ ਗੱਲ ਸੀਗੀ, ਉਹਨਾਂ ਤੇ ਜਿਹੜੇ ਕੇਸਿਸ ਪੈ ਰਹੇ ਸੀ, ਸਿੱਖਾਂ ਨੂੰ ਜਿਹੜਾ ਤੰਗ ਕਰ ਰਹੇ ਸੀ, ਮਸਲੇ ਤਾਂ ਉਹ ਸੀਗੇ, ਉਹ ਮਸਲੇ ਹੱਲ ਹੋ ਸਕਦੇ ਸੀਗੇ। ਔਰ ਉਸ ਮੀਟਿੰਗ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਕੋਈ ਸੰਤ ਸਰਕਾਰੀ ਹੋਣ ਲੱਗੇ ਸੀਗੇ। ਸੰਤ ਨੇ ਤੇ ਠੋਕ ਕੇ ਆਪਣੀ ਗੱਲ ਕਰਨੀ ਸੀ, ਸੰਤ ਜੀ ਨੇ ਤਾਂ, ਤੇ ਸਰਕਾਰ ਨੂੰ ਮੰਨਣੀ ਪੈਣੀ ਸੀ ਜਾਂ ਨਾ ਮੰਨਦੀ। ਮੈਂ ਸਮਝਦਾ ਵਾਂ ਇਹ ਇੰਦਰਾ ਗਾਂਧੀ ਦੀ ਜਿਹੜੇ ਐਡਵਾਈਜ਼ਰ ਸੀ ਉਹਨਾਂ ਦੀ ਸੋਚ ਸੀਗੀ ਕਿ ਇਹ ਆਪੋ 'ਚ ਇਹਨਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ, ਇਹ ਅੱਗ ਨੂੰ ਹੋਰ ਤੇਜ਼ ਕੀਤਾ ਜਾਵੇ, ਉਹਦਾ ਪੋਲੀਟੀਕਲ ਲਾਹਾ ਅਸੀਂ ਲਵਾਂਗੇ। ਮੈਂ ਇਸ ਨੂੰ ਇਸ ਨਜ਼ਰ ਨਾਲ ਦੇਖਣਾ ਵਾਂ। ਤੇ ਇੱਕ ਗੱਲ ਇਹ ਵੀ ਹੈ, ਜਿਵੇਂ ਕਿ ਉਸ ਟਾਈਮ ਵੀ ਹਾਲਾਤ ਇਹੀ ਸੀ, ਅਗਰ ਸਿੱਖ ਆਪਣੀ ਆਇਡੈਂਟੀਟੀ ਦੀ ਗੱਲ ਕਰਦੇ ਸੀ ਜਾਂ ਆਪਣੇ ਮਸਲਿਆਂ ਦੀ ਗੱਲ ਕਰਦੇ ਸੀ, ਤੇ ਅੱਜ ਵੀ ਅਗਰ ਪੰਜਾਬੀ ਜਾਂ ਸਿੱਖ ਆਪਣੇ ਮਸਲਿਆਂ ਦੀ ਗੱਲ ਕਰਦੇ ਆ, ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਜਾਂ ਆਪਣੇ ਧਾਰਮਿਕ ਮੁੱਦੇ ਹੋਣ, ਤਾਂ ਉਹਨਾਂ ਨੂੰ ਐਂਟੀ ਨੈਸ਼ਨਲਿਸਟ ਹੋਣ ਦਾ ਜਿਹੜਾ ਠੱਪਾ ਉਹ ਕਿਉਂ ਲਗਾ ਦਿੱਤਾ ਜਾਂਦਾ? ਮਤਲਬ ਸਰਕਾਰ ਚਾਹੇ ਕੋਈ ਵੀ ਹੋਵੇ, ਉਸ ਟਾਈਮ ਤਾਂ ਇੰਦਰਾ ਗਾਂਧੀ ਸੀ, ਅੱਜ ਚਾਹੇ ਬੀਜੇਪੀ ਹੈ ਜਾਂ ਕੋਈ ਵੀ ਹੈ, ਚਾਹੇ ਕੋਈ ਗੱਠਜੋੜ ਦੀ ਸਰਕਾਰ ਹੈ, ਇਹ ਕਿਉਂ ਹੁੰਦਾ ਹੈ ਪੰਜਾਬੀ? ਮੈਂ ਸਮਝਦਾ ਵਾਂ ਕਿ ਇਹ ਕਿਉਂ ਸਾਡੇ ਤੋਂ ਖੌਫ ਖਾਂਦੇ ਨੇ। ਸਾਨੂੰ ਆਜ਼ਾਦੀ 'ਚ ਜੋ ਕਿਹਾ ਗਿਆ ਉਹ ਨਹੀਂ ਪੂਰਾ ਕੀਤਾ ਗਿਆ। ਫਿਰ ਅਸੀਂ 80 ਦਾ ਦਹਾਕਾ ਦੇਖ ਲਿਆ, ਅੱਜ ਦੀ ਸਰਕਾਰ ਉਹ ਭਾਵੇਂ ਭਗਵੰਤ ਮਾਨ ਦੀ ਹੈ, ਭਾਵੇਂ ਸੈਂਟਰ 'ਚ ਬੀਜੇਪੀ ਦੀ ਹੈ, ਕਿ ਅਸੀਂ ਜਰਾ ਜੀ ਨਿੱਕੇ ਨਿੱਕੇ ਚੈਨਲ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ, ਵੈਬ ਚੈਨਲਾਂ ਨੂੰ ਬੰਦ ਕਰ ਦਿੱਤਾ ਜਾਂਦਾ। ਆਜ਼ਾਦੀ ਨਹੀਂ ਹੈਗੀ ਤੁਹਾਡੇ ਕੋਲ ਬੋਲਣ ਦੀ, ਔਰ ਤੁਸੀਂ ਕੋਈ ਗੱਲ ਕਰੋ ਤੇ ਤੁਸੀਂ ਇਸ ਤੋਂ ਵੱਡੀ ਗੱਲ ਕੀ ਕਹਿੰਦੇ ਹੋ? ਜੇ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਦੀ ਦਿੱਲੀ ਕਮੇਟੀ ਜਿਹੜੀ ਹੈ, ਜੇ 6 ਜੂਨ ਦਾ ਲੈਕਚਰ ਉਹਦੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਹੁਣ ਬਦਲਿਆ ਨਾ, ਲੇਕਿਨ 6 ਜੂਨ ਨੂੰ ਇਹੀ ਸੀਗੇ। 6 ਜੂਨ ਨੂੰ ਅਕਾਲ ਤਖਤ ਸਾਹਿਬ ਤੋਂ ਬੋਲਦੇ ਨੇ ਕਿ ਅੱਜ ਤਾਂ ਸਰਕਾਰਾਂ ਨੇ ਕਮੇਟੀਆਂ ਤੇ ਵੀ ਕਬਜ਼ੇ ਕਰ ਲਏ ਨੇ, ਕਿ ਮੈਂ ਦਿੱਲੀ ਕਮੇਟੀ ਨੂੰ ਆਖਿਆ ਕਿ ਜਿਹੜੇ ਭਲਵਾਨ ਬੈਠੇ ਨੇ ਜੰਤਰ ਮੰਤਰ ਤੇ, ਜਿਹੜੀ ਉਹ ਸਾਕਸ਼ੀ ਮਲਿਕ ਔਰ ਦੂਜੇ ਬੈਠੇ ਸੀ ਪੋਗਟ ਵਗੈਰਾ, ਕਿ ਬਈ ਤੁਸੀਂ ਉਹਨਾਂ ਨੂੰ ਲੰਗਰ ਭੇਜ ਦਿਓ। ਤੇ ਦਿੱਲੀ ਕਮੇਟੀ ਨੇ ਆਖ ਦਿੱਤਾ ਕਿ ਮਾਫ ਕਰਨਾ ਜੀ, ਸਾਡੇ ਤੇ ਪ੍ਰੈਸ਼ਰ, ਅਸੀਂ ਭੇਜ ਨਹੀਂ ਸਕਦੇ। ਕਿਹਦਾ ਪ੍ਰੈਸ਼ਰ ਹੈ? ਜਦੋਂ ਮੈਂ ਪ੍ਰਧਾਨ ਸੀਗਾ, ਰੋਹਿੰਗੀਏ ਮੁਸਲਮਾਨ ਉੱਜੜ ਕੇ ਆਏ ਸੀਗੇ ਮਿਆਂਮਾਰ ਤੋਂ, ਬੰਗਲਾਦੇਸ਼ ਔਰ ਹਿੰਦੁਸਤਾਨ ਦੇ ਬਾਰਡਰ ਤੇ ਬੈਠੇ ਸੀ, ਜਿਹੜੇ ਰਵੀ ਸਿੰਘ ਉਹਨਾਂ ਨੇ ਵੀ ਲੰਗਰ ਲਾਏ ਸੀ। ਅਸੀਂ ਉੱਥੇ ਰਸਦ ਭੇਜੀ, ਅਸੀਂ ਉੱਥੇ ਪੈਸਾ ਭੇਜਿਆ। ਮੈਨੂੰ सेंट्रल सरकार दो होम मिनिस्ट्री तो मैसेज आता है कि सरकार खुश नहीं है, आप वहाँ पे लंगर मत भेजिए, हमारी ये आपको इंस्ट्रक्शंस हैं। तो मैं सरकार ਨੂੰ ਇੱਕੋ ਜਵਾਬ ਦਿੱਤਾ ਸੀ, ਇਹ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦਾ ਘਰ ਸਰਕਾਰ ਦੇ ਹੁਕਮ ਨਾਲ ਨਹੀਂ ਚੱਲਦਾ, ਗੁਰੂ ਨਾਨਕ ਦੇ ਹੁਕਮ ਨਾਲ ਚੱਲਦਾ। ਹਿੰਦੂ, ਸਿੱਖ, ਮੁਸਲਮਾਨ, ਬੋਧੀ, ਜੈਨੀ, ਈਸਾਈ, ਕੋਈ ਜਦੋਂ ਇਸ ਘਰ ਦੇ ਵਿੱਚ ਆਏਗਾ ਉਹਦੀ ਮਦਦ ਕੀਤੀ ਜਾਏਗੀ। ਅਸੀਂ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਦਮ ਹੋਣਾ ਚਾਹੀਦਾ। ਅੱਜ ਸਰਕਾਰਾਂ ਕੋਲ ਵਿਕੀਆਂ ਪਈਆਂ ਨੇ ਕਮੇਟੀਆਂ। ਮੈਂ ਸਮਝਦਾ ਵਾਂ ਕਿ ਇਹ ਇਸੇ ਕਰਕੇ ਸਾਨੂੰ ਮਾਰ ਪੈਂਦੀ ਹੈ ਕਿ ਅਸੀਂ ਆਪਣੀ ਗੱਲ ਹੀ ਬੇਬਾਕੀ ਨਾਲ ਨਹੀਂ ਕਰ ਸਕਦੇ। ਜੇ ਜਥੇਦਾਰ ਸੰਤੋਖ ਸਿੰਘ, ਪੰਡਤ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ ਦੇ ਨਾਲ ਬੇਬਾਕੀ ਨਾਲ ਗੱਲ ਕਰ ਸਕਦਾ ਹੈ, ਮੈਂ ਸਮਝਦਾ ਵਾਂ ਕਿ ਐਡੇ ਵੱਡੇ ਵੱਡੇ ਮਸਲੇ ਹੱਲ ਹੋ ਗਏ, ਸਰਕਾਰਾਂ ਨੂੰ ਵੀ ਸਮਝ ਆ ਜਾਂਦੀ। ਲੇਕਿਨ ਅੱਜ ਦੀ ਕਮੇਟੀਆਂ ਤੇ ਜਿਹੜੇ ਕਾਬਜ਼ ਬੈਠੇ ਨੇ, ਉਹਨਾਂ ਨੇ ਆਪਣੀ ਵੋਟੀ ਲਈ ਵੀ ਟਿਕਟ ਲੈਣੀ ਹੈ ਕਾਉਂਸਲਰ ਦੀ, ਆਪਣੇ ਲਈ MLA ਦੀ ਲੈਣੀ ਹੈ ਜਾਂ MP ਦੀ ਟਿਕਟ ਲੈਣੀ ਹੈ, ਤੇ ਉਹ ਸਰਕਾਰ ਦੀ ਬੋਲੀ ਬੋਲਣਗੇ। ਸੋ ਇਹ ਹੈ ਪ੍ਰੋਬਲਮ। ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਸੰਤਾਂ ਦਾ ਮੁੱਦਾ ਖਾਲਿਸਤਾਨ ਕਦੇ ਵੀ ਨਹੀਂ ਸੀ, ਉਹ ਤਾਂ ਸਿਰਫ ਸਿੱਖੀ ਦੀ ਗੱਲ ਕਰਦੇ ਸੀ ਜਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਸੀ। ਤਾਂ ਫਿਰ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ, ਚਾਹੇ ਵਿਦੇਸ਼ਾਂ ਦੇ ਵਿੱਚ ਚਾਹੇ ਪੰਜਾਬ ਦੇ ਵਿੱਚ, ਜਦੋਂ ਵੀ ਕੋਈ ਖਾਲਿਸਤਾਨ ਦੀ ਮੰਗ ਕਰਦਾ ਹੈ ਤਾਂ ਉਹ ਸੰਤਾਂ ਦੀ ਫੋਟੋ ਲਾ ਕੇ ਸੰਤਾਂ ਦੇ ਨਾਮ ਤੇ ਨਾਅਰੇ ਲਾਉਂਦਾ। ਇਹ ਕਦੋਂ ਸ਼ੁਰੂ ਹੋਇਆ, ਕਿਉਂ ਸ਼ੁਰੂ ਹੋਇਆ, ਇਹਦੇ ਪਿੱਛੇ ਕੀ ਕਾਰਨ? ਦੇਖੋ, ਇਹ ਜਿਹੜੀ ਗੱਲ ਹੈ ਨਾ, ਇਹ 90 ਦੇ ਆਸ-ਪਾਸ ਸ਼ੁਰੂ ਹੋਈ ਹੈ। ਸੰਤਾਂ ਦੇ ਮੈਂ ਨਜ਼ਦੀਕ ਰਿਹਾ ਵਾਂ, ਕਦੀ ਖਾਲਿਸਤਾਨ ਦੀ ਗੱਲ ਨਹੀਂ ਹੋਈ। ਹਾਂ, ਉਹਦਾ ਇੰਟਰਵਿਊ ਹੈ ਸੰਤਾਂ ਦਾ
ਕਿ ਜੇ ਬੀਬੀ ਮੈਨੂੰ ਦੇਣਾ ਚਾਹੁੰਦੀ ਹੈ, ਬਾਹਮਣੀ ਕਹਿੰਦੇ ਸੀ, ਜੇ ਬਾਹਮਣੀ ਮੈਨੂੰ ਦੇਣਾ ਚਾਹੁੰਦੀ ਹੈ ਤਾਂ ਅਸੀਂ ਮਨਾ ਨਹੀਂ ਕਰਾਂਗੇ, ਲੇਕਿਨ ਮੰਗਿਆ ਤਾਂ ਨਹੀਂ, ਡਿਮਾਂਡ ਤਾਂ ਨਹੀਂ ਕੀਤੀ, ਇਹ ਮੁੱਦਾ ਤਾਂ ਨਹੀਂ ਸੀਗਾ। ਬਾਹਰਲੇ ਕੁਝ ਸੱਜਣ ਜਿਹੜੇ ISI ਨਾਲ ਜੁੜੇ ਹੋਏ ਨੇ, ਉਹ ਆਪਣੀ ਦੁਕਾਨ ਚਲਾਉਣ ਵਾਸਤੇ ਗੱਲ ਕਹਿੰਦੇ ਨੇ। ਮੈਂ ਖਾਲਿਸਤਾਨ ਦੇ ਖਿਲਾਫ ਨਹੀਂ ਆ, ਜਿਹੜੇ ਲੜਦੇ ਨੇ, ਸਿਮਰਨਜੀਤ ਸਿੰਘ ਮਾਨ ਲੜਦਾ ਪਿਆ ਨਾ, ਦਲ ਖਾਲਸਾ ਲੜਦਾ ਪਿਆ ਨਾ, ਉਹਨਾਂ ਦਾ ਰਾਈਟ ਕਰਨ, ਲੇਕਿਨ ਤੁਸੀਂ ਪਾਕਿਸਤਾਨ ਤੋਂ ਪੈਸੇ ਲੈ ਕੇ ਔਰ ਤੁਸੀਂ ਹਿੰਦੁਸਤਾਨ ਦਾ ਨੁਕਸਾਨ ਕਰਨ ਦੀ ਗੱਲ ਕਰੋਗੇ, ਮੈਂ ਸਮਝਦਾ ਵਾਂ ਉਹ ਉਸ ਚੀਜ਼ ਦੇ ਅਸੀਂ ਹੱਕ 'ਚ ਨਹੀਂ ਆ। ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਅਸੀਂ ਵੀ ਤਾਂ ਗੁਰੂ ਦੇ ਸਿੱਖ ਹਾਂ ਨਾ। ਅਸੀਂ ਦਿੱਲੀ ਸ਼ਹਿਰ 'ਚ ਬੈਠੇ ਜਿੱਥੇ 5000 ਬੰਦੇ ਦੇ ਗਲ 'ਚ ਟਾਇਰ ਪਾ ਕੇ ਸਾੜਿਆ ਸੀਗਾ, 12000 ਤੋਂ ਵੱਧ ਬੰਦਾ ਹਿੰਦੁਸਤਾਨ 'ਚ ਮਾਰਤਾ। ਅਸੀਂ ਲੜੇ ਆ ਨਾ, ਸੱਜਣ ਕੁਮਾਰ ਅੰਦਰ ਪਾਇਆ, ਟਾਈਟਲਰ ਦਾ ਮਾਹੌਲ ਬਣਾਤਾ ਅੰਦਰ ਜਾਣ ਦਾ। ਅਸੀਂ ਅੱਜ ਆਪਣੀ ਲੜਾਈ ਕਦੋਂ ਦੀ ਲੜਦੇ ਪਏ ਆ, ਸਾਡੇ ਤੇ NSA ਲਾਉਂਦੇ ਨੇ, ਬੰਬ ਕੇਸ ਪਾਉਂਦੇ ਨੇ, ਡਰੇ ਤਾਂ ਨਹੀਂ। ਇਹ ਸਿੱਖ ਦਾ ਕੰਮ ਹੈ ਕਿ ਆਪਣੀ ਲੜਾਈ ਲੜੇ, ਆਪਣੇ ਹੱਕਾਂ ਲਈ ਲੜੇ। ਜਿਹੜੇ ਖਾਲਿਸਤਾਨ ਚਾਹੁੰਦੇ ਨੇ ਜ਼ਰੂਰ ਲੜਨ, ਅਸੀਂ ਕਦੋਂ ਮਨਾ ਕਰਦੇ ਹਾਂ, ਲੇਕਿਨ ਤੁਸੀਂ ਕਿਸੇ ਸਾਜ਼ਿਸ਼ ਦੇ ਅਧੀਨ ਖਾਲਿਸਤਾਨ ਦੀ ਗੱਲ ਕਰੋ, ਉਹ ਠੀਕ ਨਹੀਂ। ਢਾਲ ਵਜੋਂ ਵਰਤਿਆ ਜਾਂਦਾ ਹੈ ਸੰਤਾਂ ਦਾ ਨਾਮ, ਤੁਹਾਡਾ ਸੰਤਾਂ ਦਾ ਨਾਮ ਜਾਂ ISI ਤੋਂ ਪੈਸੇ ਲੈ ਕੇ ਜਿਹੜੇ ਲਿੰਕ ਨੇ। ਮੇਰੇ ਤੇ ਬਾਹਰ ਹਮਲੇ ਹੋਏ, 4 ਦਫਾ ਹਮਲੇ ਹੋਏ ਮੇਰੇ ਤੇ। ਮੈਨੂੰ ਕਿਹਾ ਗਿਆ ਯੂਨੀਵਰਸਿਟੀ 'ਚ ਕਿ ਤੂੰ ਖਾਲਿਸਤਾਨ ਦਾ ਮਤਾ ਪਾਸ ਕਰ। ਕਿਉਂ ਮੈਂ ਮਤਾ ਪਾਸ ਕਰ ਦਵਾਂ ਜੀ? ਮੈਂ ਸਿੱਖ ਮਰਵਾਣੇ ਨੇ? ਅੱਗੇ 84 ਤੋਂ ਮਸਾਂ ਅਸੀਂ ਉੱਠਦੇ ਪਏ ਆ। ਅਸੀਂ ਲੜਾਈ ਆਪਣੇ ਹੱਕਾਂ ਦੀ ਲੜਦੇ ਪਏ ਇਸ ਮੁਲਕ ਦੇ ਵਿੱਚ। ਦੇਖੋ, ਮੈਨੂੰ ਸਰ ਮੁਹੰਮਦ ਇਕਬਾਲ ਦਾ ਨਾ ਇੱਕ ਸ਼ੇਰ ਹਮੇਸ਼ਾ ਮੈਂ ਬੋਲਦਾ ਵਾਂ, ਇਹ ਮੁਲਕ ਅਸੀਂ ਕਿਉਂ ਛੱਡ ਦਈਏ ਜੀ? ਇਹ ਮੁਲਕ ਸਾਡੇ ਗੁਰੂਆਂ ਦਾ ਹੈ, ਇਹਦੇ ਸਾਡੀ ਕੁਰਬਾਨੀ ਨਾਲ ਅਸੀਂ ਇਹ ਮੁਲਕ ਨੂੰ ਆਜ਼ਾਦ ਕਰਾਇਆ। सर मोहम्मद इकबाल आखते ने कि फलक को जिद है बिजलियां हम ही पे गिराने की, हमें भी जिद है आशियां यही बनाने की। तो इस करके ये मुल्क साडा है, ਅਸੀਂ ਇਹਦੇ ਵਿੱਚ ਆਪਣੇ ਹੱਕਾਂ ਲਈ ਲੜਾਂਗੇ, ਆਪਣੇ ਮਸਲੇ ਹੱਲ ਕਰਾਵਾਂਗੇ। ਹਾਂ, ਮੈਂ ਫੇਰ ਸੰਤਾਂ ਦੀ ਗੱਲ ਤੇ ਆ ਜਾਣਾ, ਜੇ ਸਰਕਾਰ ਚਾਹੁੰਦੀ ਸਾਨੂੰ ਖਾਲਿਸਤਾਨ ਦੇਣਾ ਦੇ ਦੇਵੇ, ਸਾਨੂੰ ਵੀ ਕੋਈ ਇਤਰਾਜ਼ ਨਹੀਂ ਹੈਗਾ। ਲੇਕਿਨ ਤੁਸੀਂ ਖਾਲਿਸਤਾਨ ਦੀ ਜਿਹੜੀ ਲੜਾਈ ਲੜਦੇ ਜ਼ਰੂਰ ਲੜਨ। ਉਹ ਸਿਮਰਨਜੀਤ ਸਿੰਘ ਮਾਨ ਲੜਦੇ ਨੇ, ਅਸੀਂ ਉਹਨਾਂ ਦੀ ਕਦੀ ਮੁਖਾਲਫਤ ਕੀਤੀ? ਅਸੀਂ ਦਲ ਖਾਲਸਾ ਦੀ ਮੁਖਾਲਫਤ ਕੀਤੀ? ਨਹੀਂ ਕਰਦੇ। ਲੇਕਿਨ ਜਿਹੜੇ ਉੱਥੋਂ ਦੀ, ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਦਿੱਲੀ ਦਾ ਇੱਕ ਬੱਚਾ ਹੈ, ਉਹਨੂੰ ਫੋਨ ਕਰਦਾ ਉੱਥੋਂ ਦੀ ਇਹ ਜਿਹੜੇ SFJ ਵਾਲਾ ਕਿ ਬਈ ਤੂੰ, ਮੈਂ ਤੈਨੂੰ 2 ਲੱਖ ਰੁਪਇਆ ਦਿਆਂਗਾ ਔਰ ਤੈਨੂੰ ਫਿਰ ਉੱਥੇ ਬੁਲਾ ਲਾਂਗਾ, ਤੈਨੂੰ ਉੱਥੇ ਮੈਂ ਸਿਟੀਜ਼ਨ ਬਣਾ ਦਿਆਂਗਾ, ਤੂੰ ਖਾਲਿਸਤਾਨ ਜਿੰਦਾਬਾਦ ਲਿਖ ਦੇ ਕਿਸੇ ਮੈਟਰੋ ਸਟੇਸ਼ਨ ਤੇ। ਉਹ ਵਿਚਾਰਾ ਕੰਮ ਕਰਦਾ 에ਅਰਪੋਰਟ ਤੇ, ਉਹ ਲਿਖ ਜਾਂਦਾ, ਉਹ 2 ਲੱਖ ਤੱਕ ਉਹਦੇ ਅਕਾਊਂਟ 'ਚ 2000 ਗਏ, ਪੁਲਿਸ ਨੇ ਫੜ ਲਿਆ, ਸਪੈਸ਼ਲ ਸੈੱਲ ਨੇ ਉਹਨੂੰ ਅੰਦਰ ਟੰਗਿਆ ਹੋਇਆ। ਉਹ ਉੱਥੇ ਮੌਜ ਕਰਦੇ ਪਏ ਨੇ, ਉਹ ਪਾਕਿਸਤਾਨ ਤੋਂ ਪੈਸੇ ਲੈ ਰਹੇ ਨੇ। ਇਹ ਦੇਖੋ ਅਸੀਂ ਕੀ ਕਰਦੇ ਪਏ ਹਾਂ। ਸਿੱਖਾਂ ਤੋਂ ਵੀ ਉੱਥੇ ਕਿਤੇ ਨਾ ਕਿਤੇ ਮੈਂ ਸਮਝਦਾ ਵਾਂ ਕਿ ਉਹਨਾਂ ਤੋਂ ਪੈਸੇ ਇਕੱਠੇ ਕਰ ਲੈਂਦੇ ਨੇ ਕਿ ਅਸੀਂ ਹਿੰਦੁਸਤਾਨ 'ਚ ਲੜਾਈ ਲੜ ਰਹੇ। ਮੈਨੂੰ ਇਹ ਦੱਸਿਆ ਜਾਵੇ 1984 ਦੇ ਕਿੰਨੇ ਵਿਕਟਮਾਂ ਦੀ ਮਦਦ ਕੀਤੀ ਉਹਨਾਂ ਨੇ, ਉਹ ਕਿੰਨਿਆਂ ਦੀ ਪੜ੍ਹਾਈ ਕਰਾ ਦਿੱਤੀ ਹੈ, ਕਿੰਨਾਂ ਦੇ ਕੇਸਾਂ ਦੇ ਉੱਤੇ ਲੜੇ ਨੇ ਉਹ। 84 ਦਾ ਜਿਹੜਾ ਤੁਸੀਂ ਹੁਣ ਵੀ ਜਿਵੇਂ ਗੱਲ ਕੀਤੀ ਕਿ ਅਸੀਂ ਆਪਣਾ ਆਸ਼ੀਆਨਾ ਕਿਉਂ ਛੱਡੀਏ, ਜਿੱਦ ਹੈ ਇੱਥੇ ਰਹਿਣ ਦੀ, ਤੇ ਤੁਸੀਂ 84 ਨੂੰ ਬਹੁਤ ਨੇੜੇ ਦੇਖਿਆ, ਦਿੱਲੀ 'ਚ ਖਾਸ ਕਰਕੇ। ਸੋ ਉਸ ਟਾਈਮ ਤੁਸੀਂ ਵੀ ਇੱਥੇ ਸੀ, ਹਰ ਸਿੱਖ ਨੂੰ ਟਾਰਗੇਟ ਕੀਤਾ ਜਾਂਦਾ ਸੀ। ਸੋ ਉਸ ਟਾਈਮ ਤੁਸੀਂ, ਤੁਹਾਡਾ ਪਰਿਵਾਰ, ਮਤਲਬ ਕਿਸ ਤਰ੍ਹਾਂ ਦੇ ਮਾਹੌਲ 'ਚੋਂ ਗੁਜ਼ਰਿਆ? ਕੋਈ ਅੱਖੀ ਡਿੱਠਾ ਵਾਕਿਆ ਜਿਹੜਾ ਸਾਂਝਾ ਕਰਨਾ ਚਾਹੋ? ਦੇਖੋ, ਚਾਰੋਂ ਪਾਸੇ ਅੱਗਾਂ ਲੱਗੀਆਂ ਸੀ। ਅਸੀਂ ਪਹਿਲੇ ਅਸੀਂ 5 ਤਰੀਕ ਨੂੰ ਰਾਜੀਵ ਗਾਂਧੀ ਨੂੰ ਮਿਲੇ। ਦਿੱਲੀ ਦਾ MP ਸੀਗਾ ਚਰਨਜੀਤ ਸਿੰਘ, ਕੋਈ ਸਿੱਖ MP ਜਿੱਤਿਆ। 35 ਬੰਦੇ ਗਏ, ਅਪੋਲੋ ਟਾਇਰ ਦੇ ਮਾਲਕ ਰੌਣਕ ਸਿੰਘ ਵੀ ਗਏ, ਭਾਈ ਮੋਹਨ ਸਿੰਘ ਰਣਬੈਕਸੀ ਵਾਲੇ ਵੀ ਗਏ, ਹੋਰ ਵੀ ਸਰ ਬਾਦਲ, ਰਾਏ ਬਹਾਦਰ ਗਏ। ਮੈਂ ਵੀ ਉਸ ਡੈਲੀਗੇਸ਼ਨ ਸੀ ਕਿ ਅਸੀਂ ਆਖਿਆ ਕਿ ਸਾਨੂੰ ਤੁਸੀਂ ਇਸ ਮੁਲਕ 'ਚ ਨਹੀਂ ਰਹਿਣਾ। ਅਸੀਂ ਵੀ ਖਾਲਿਸਤਾਨ ਮੰਗਿਆ, ਅਸੀਂ ਇਸ ਮੁਲਕ 'ਚ ਨਹੀਂ ਰਹਿਣਾ, ਸਾਨੂੰ ਟਾਈਮ ਦਿਓ 2 ਦਿਨ ਦਾ, ਅਸੀਂ ਮੁਲਕ ਛੱਡ ਕੇ ਚੱਲੇ ਹਾਂ। राजीव गांधी उत्थे ही खड़ा हो गया कि ये काम मत करना और आज के बाद किसी को कुछ नहीं कहा जाएगा और जिन्होंने ये कत्ल किए, आग लगाई हैं, उनको सजाएं दी जाएंगी। ये गल फैक्ट है कि 5 तरीक तो बाद कुछ नहीं होया, लेकिन सजावां दी गल, एक्शन लेना वो राजीव गांधी ने बिल्कुल नहीं लिया। असी पैसे इकट्ठे करके कैंपां 'च गए, लोगों को संभालिया, सारा कुछ किया। तुसीं कहा कि तुहाडे नाल की बीती, साडे ग्रिड क्लास दे विच मैं सवेरे सवेरे टैक्सी स्टैंड है ने 7-8 ज़्यादातर सिखां दे ही ने, मैं उन्होंने मैसेज किया भी गुरुद्वारे आ जाओ, ग्रिड क्लास गुरुद्वारा उच्चा पहाड़ी ते है, 400 गड्डी की पार्किंग है, अपनी गड्डियां लैओ, गड्डियां बच जाएंगियां। क्योंकि मैं देखा टैक्सी समेत ही सिख जलाते, ट्रकों 'च जलाते, ट्रेनों 'चों ला के मारते, कलोनियां दी कलोनियां खत्म करतियां। तो तुसीं सारे इत्थे आ जाओ, आपां इकट्ठे हो जाइए। असीं इकट्ठे हो गए, 100-150 बंदा सीगा।
ਹੋਰ ਮੈਂ ਗ੍ਰਿਡ ਕਲਾਸ ਫੋਨ ਕੀਤੇ ਕਿ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਨੇ ਲੈ ਕੇ ਆਓ। ਸਾਡੇ ਕੋਲ 13 ਰਿਵਾਲਵਰ ਤੇ ਪਿਸਤੌਲਾਂ ਤੇ ਗਨਸ ਇਕੱਠੀਆਂ ਹੋ ਗਈਆਂ। 2 ਬੱਸਾਂ ਆਉਂਦੀਆਂ ਨੇ, ਹਮਲਾ ਕਰਦੀਆਂ ਨੇ ਇੱਥੇ ਗ੍ਰਿਡ ਕਲਾਸ ਗੁਰਦੁਆਰੇ ਤੇ ਭਰ ਕੇ DTC ਦੀ। ਅਸੀਂ ਕੁੱਟ-ਕੁੱਟ ਕੇ ਭਜਾ ਦਿੰਦੇ ਹਾਂ ਉਹਨਾਂ ਨੂੰ। ਬੱਸਾਂ ਅਸੀਂ ਸਟਾਰਟ ਕਰਕੇ ਗੁਰਦੁਆਰੇ ਦੇ ਅੰਦਰ ਖੜੀ ਕਰ ਲੈਂਦੇ ਹਾਂ। ਥਾਣਾ ਨਹੀਂ ਹੁੰਦਾ ਸੀਗਾ ਉਦੋਂ, ਚੌਂਕੀ ਸੀ ਇੱਥੇ, ਸ਼ਰਮਾ ਚੌਂਕੀ ਇੰਚਾਰਜ ਸੀ। ਉਹ ਆਂਦਾ ਮੇਰੇ ਕੋਲ, वो कहता यहाँ पे ग्रेटर क्लास में सब हिंदू डर गए हैं कि अब सिख जो हिंदुओं को मारेंगे, तुम मंजीत अपने रिवॉल्वर और ये सारा असला हमारे को जमा करा दो। यकीन मनियो, मैं शर्मा मेरा वाकफ सी, मैं कहा शर्मा जी इत्थों बाहर हो जाओ, तुसी जे पिस्तौल मंगया तो असीं गोली मार देंगे तुहानूं, तुसी साडे हथियार लैके साडे सामने साडी जनानियां बच्चियां रेप करानियां ने, तू निकल इस मुल्क च, कोई सरकार नहीं। कहता मंजीत तू बात कैसे कर रहा है? मैं कहा जो हालात हो गए हैं 2 दिन में हमने देख लिए हैं, तुम यहाँ से निकलो सा। कहता मंदिर दे विच मीटिंग चलती पई है, डरे पे है सारे। मैं कहा मन लै चल, आर्या समाज मंदिर गुरुद्वारे दे नाल है। मैं गया, उत्थे काफ़ी सारे हिंदू और सारे जानते सी साडी कलोनी च इकट्ठे वड्डे होए आ, मार्केटां दे प्रधान दूजे तीजे। मनु देख के हैरान हो गए। मैं उन्होंने आख्या भी तुम डर कादे नहीं रहे हो? कहते नहीं, हमें पता लगा 2 बजे सिख जो हैं हिंदुओं को मारेंगे। मैं कहा तुम्हारा दिमाग ख़राब है, हम अपने बच्चों को, अपने जान माल को सेफ करके बैठे हैं, चलो मेरे साथ गुरुद्वारे में दिखाता हूँ तुम्हारे को। मैं उन्होंने 5-7 बंदे गुरुद्वारे लैके गया, उन्होंने दिखाया कि ये साढ़े हथियार ने, लाइसेंस ने साढ़े को, असी अपनी प्रोटैक्शन नहीं बैठे हैं, तुहानूं मारन लई नहीं बैठे। वो ऐसा माहौल बदलिया कि उस वेले जॉइंट कमेटी बन गई, पूरा ग्रिड क्लास असी सील कर लिया सीगा। नहीं तो न्यू फ्रेंड्स कॉलोनी तकरीबन 25 मकान सड़े, महाराणी बाग च सड़े, ਜਿਹੜੀ ਦੂਜੀਆਂ ਜਮਨਾ ਪਾਰ ਦੀਆਂ ਕਲੋਨੀਆਂ, ਪਾਲਾਮਲ ਦੀਆਂ ਕਲੋਨੀਆਂ, ਤੇ ਪੂਰੇ ਦੀ ਪੂਰੀ ਉਜਾੜਤੀਆਂ। 200 ਬੰਦਾ ਇੱਕ ਕਲੋਨੀ 'ਚ ਮਾਰਤਾ। ਇੱਦਾਂ ਨਿਊ ਫਰੈਂਡਸ ਕਾਲੋਨੀ ਹੋ ਗਿਆ, ਮਹਾਰਾਣੀ ਬਾਗ, ਪੰਜਸ਼ੀਰ, ਇੱਦਾਂ ਮਕਾਨ ਸੜੇ, ਪਰ ਗ੍ਰਿਡ ਕਲਾਸ ਅਸੀਂ ਬਚਾ ਲਿਆ ਸੀਗਾ ਇਕੱਠੇ ਹੋ ਕੇ। ਸੋ ਇਹ ਜਿਹੜਾ ਮਾਹੌਲ ਬਣਿਆ, ਤੁਸੀਂ ਦੇਖੋ ਕਿ ਇਹਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਤਾਂ ਜਿਹੜਾ ਸਿੱਖਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਜਾਂਦਾ। ਸੋ 84 ਦੇ ਵਿੱਚ ਇੱਥੇ ਹਮਲੇ ਹੁੰਦੇ ਨੇ, ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਤਾਂ ਸਰਕਾਰ ਦਾ ਸਿੱਖਾਂ ਤੋਂ ਵਿਸ਼ਵਾਸ ਉੱਠ ਜਾਂਦਾ। ਸੋ ਹੁਣ ਤੱਕ ਤੁਹਾਡਾ ਇੰਨਾ ਐਕਸਪੀਰੀਅੰਸ ਹੋ ਚੁੱਕਿਆ ਸੈਂਟਰ ਗਵਰਨਮੈਂਟ ਦੇ ਨਾਲ ਵੀ ਵਿਚਰਦੇ ਹੋ ਔਰ ਸਾਰਾ ਪੋਲੀਟੀਕਲੀ ਤੁਸੀਂ ਦੇਖਦੇ ਹੋ ਸਿਆਸੀ, ਤੇ ਤੁਹਾਨੂੰ ਕਿੱਦਾਂ ਲੱਗਦਾ ਕਿ ਇਸ ਟਾਈਮ ਪੰਜਾਬੀਆਂ ਦਾ ਜਿਹੜਾ ਹੈ ਜਾਂ ਉਸ ਤੋਂ ਬਾਅਦ ਸੈਂਟਰ ਗਵਰਨਮੈਂਟ ਦਾ ਕਿੱਦਾਂ ਦਾ ਨਜ਼ਰੀਆ ਰਿਹਾ ਅਥਾਰਟੀਜ਼ ਨੂੰ ਲੈ ਕੇ? ਮਤਲਬ ਪੰਜਾਬੀਆਂ ਨੂੰ ਇਗਨੋਰ ਕੀਤਾ ਜਾਂਦਾ ਹੈ, ਸਿੱਖਾਂ ਨੂੰ ਖਾਸ ਕਰਕੇ? ਦੇਖੋ, ਮੈਂ ਸਮਝਦਾ ਵਾਂ ਕਿ ਜੋ ਸਾਡਾ ਹੱਕ ਬਣਦਾ, ਜੋ ਸਾਨੂੰ ਮਿਲਣਾ ਚਾਹੀਦਾ, ਉਹ ਨਹੀਂ ਮਿਲਦਾ। ਮਤਲਬ ਕਿੰਨੇ ਕੁ ਕਾਂਗਰਸ ਦੇ ਰਾਜ ਵਿੱਚ ਸਾਨੂੰ ਮਿਲਿਆ ਸੀ। ਮੈਂ 84 ਤੋਂ ਪਹਿਲੇ ਦੀ 80 ਦੇ ਦਹਾਕੇ ਤੋਂ ਪਹਿਲੇ ਦੀ ਗੱਲ ਕਰ ਰਿਹਾ। ਉਸ ਟਾਈਮ ਤਾਂ ਸੀ ਇਨਵੋਲਵ ਸਿੱਖ, ਪਰ ਉਸ ਤੋਂ ਬਾਅਦ ਦਾ ਹੁਣ ਉਸ ਤੋਂ ਬਾਅਦ ਜਿਹੜਾ ਉਹ ਸਾਨੂੰ ਜਿੱਦਾਂ ਮਿਲਣਾ ਚਾਹੀਦਾ। ਅੱਜ ਤੁਸੀਂ ਦੇਖ ਲਓ, ਆਮ ਆਦਮੀ ਦੀ ਸਰਕਾਰ ਹੈ, ਦਿੱਲੀ 'ਚ ਇੱਥੇ ਕਾਂਗਰਸ ਦੀ ਸਰਕਾਰ ਰਹੀ ਹੈ, ਤੇ ਮਹਿੰਦਰ ਸਿੰਘ ਸਾਥੀ ਜਾਂ ਲਵਲੀ, ਸ਼ੀਲਾ ਦੀਕਸ਼ਿਤ ਨੇ ਵਜ਼ੀਰ ਬਣਾਏ ਸੀਗੇ। ਤੇ ਜੇ ਮੈਂ ਗੱਲ ਕਰ ਲਵਾਂ, BJP ਦੀ ਸਰਕਾਰ ਦਿੱਲੀ ਸਟੇਟ 'ਚ ਰਹੀ ਹੈ, ਮਦਨ ਲਾਲ ਖੁਰਾਨੇ ਨੇ ਹਰਸ਼ਰਨ ਸਿੰਘ ਬੱਲੀ ਨੂੰ ਵਜ਼ੀਰ ਬਣਾ ਕੇ ਰੱਖਿਆ। ਅੱਜ 6 MLA ਜਿੱਤੇ ਨੇ, ਆਪ ਦੀ ਸਰਕਾਰ ਹੈ ਦਿੱਲੀ ਦੇ ਵਿੱਚ, ਸਾਨੂੰ ਵਜ਼ੀਰ ਹੀ ਨਹੀਂ ਦਿੱਤੀ ਹੋਈ ਉਹਨਾਂ ਨੇ। ਇਸੇ ਤਰੀਕੇ ਨਾਲ BJP ਨੇ ਵੀ ਕਈ ਜਗ੍ਹਾ ਤੇ ਜਿੱਥੇ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ, ਉਹਨਾਂ ਹੱਕ ਨਹੀਂ ਦਿੱਤਾ ਹੋਇਆ। ਇਹੀ ਸਾਡੀ ਲੜਾਈ ਹੈ ਕਿ ਸਾਨੂੰ ਬੇਗਾਨਗੀ ਦਾ ਅਹਿਸਾਸ ਨਾ ਕਰਾਇਆ ਜਾਵੇ। ਅਸੀਂ ਇਸ ਮੁਲਕ ਦੇ ਬਸ਼ਿੰਦੇ ਹਾਂ। ਆਜ਼ਾਦੀ ਦੇ ਵਿੱਚ 90% ਸਾਡੀਆਂ ਕੁਰਬਾਨੀਆਂ ਨੇ। ਸਾਨੂੰ ਵੱਖਰੀ ਨਜ਼ਰ ਨਾਲ ਕਿਉਂ ਦੇਖਿਆ ਜਾਂਦਾ ਹੈ ਕਿ ਜੇ ਇੰਦਰਾ ਗਾਂਧੀ ਵਾਸਤੇ ਕੋਈ ਪਲੇਨ ਹਾਈਜੈਕ ਕਰਦਾ, ਜਦੋਂ 1978 'ਚ ਗ੍ਰਿਫਤਾਰ ਹੁੰਦੀ ਹੈ, ਤੇ ਉਦੋਂ ਪਾਂਡੇ ਬ੍ਰਦਰਸ ਜਿਹੜੇ ਕਰਦੇ ਨੇ, ਇੱਕ ਨੂੰ ਵਜ਼ੀਰ ਤੇ ਇੱਕ ਨੂੰ MP ਬਣਾ ਦਿੱਤਾ ਜਾਂਦਾ ਹੈ। ਤੇ ਜੇ ਕੋਈ ਸਾਡੇ ਕੌਜ਼ ਵਾਸਤੇ ਕਰਦਾ, ਮੁਸੀਬਤ ਸਿੰਘ ਆਪਣਾ ਨਾਂ ਦੱਸਦਾ, ਮਨਜੀਤ ਸਿੰਘ ਉਹਦਾ ਅਸਲੀ ਨਾਂ ਸੀ, ਉਹ ਅੰਮ੍ਰਿਤਸਰ ਜਾ ਕੇ ਟੋਏ ਪਿਸਟਲ ਦੇ ਨਾਲ ਕਰਦਾ, ਸਰੈਂਡਰ ਕਰ ਦਿੱਤਾ, ਉਹ ਥੱਲੇ ਉਤਾਰ ਕੇ ਕੰਨਪੱਟੀ ਤੇ ਗੋਲੀ ਮਾਰ ਦਿੱਤੀ ਜਾਂਦੀ, ਕੋਈ FIR ਦਰਜ ਨਹੀਂ ਹੁੰਦੀ, ਕਿਉਂ ਉਹਦੀ ਗੱਲ ਨਹੀਂ ਸੁਣੀ ਜਾਂਦੀ? ਮੈਂ ਸਮਝਦਾ ਸਾਨੂੰ ਅੱਜ ਵੀ 2 ਸੈਟਸ ਆਫ ਲਾਅ ਲੱਗਦੇ ਨੇ ਕਿ ਤੁਸੀਂ ਬਿਲਕਿਸ ਬਾਨੋ ਦੇ ਬੰਦੇ ਛੱਡ ਦਿੰਦੇ ਹੋ, ਤੁਸੀਂ ਰਾਜੀਵ ਗਾਂਧੀ ਦੇ ਕਾਤਲ ਛੱਡ ਦਿੰਦੇ ਹੋ, ਸਾਡੇ ਬੰਦੀ ਸਿੰਘ ਕਿਉਂ ਨਹੀਂ ਛੱਡਦੇ ਪਏ? ਇਹ ਬੇਗਾਨਗੀ ਦਾ ਅਹਿਸਾਸ ਜਿਹੜਾ ਮੈਂ ਮੋਦੀ ਸਾਹਿਬ ਨੂੰ ਵੀ ਕਹਾਂਗਾ ਕਿ ਤੁਸੀਂ ਬੜੇ ਕੰਮ ਸਿੱਖਾਂ ਦੇ ਕੀਤੇ ਨੇ, ਇਹ ਨਿੱਕੇ ਨਿੱਕੇ ਕੰਮ ਹੋਰ ਨੇ, ਇਹ ਕਰੋ ਤਾਂ ਕਿ ਸਾਨੂੰ ਵੀ ਇਹ ਹੌਸਲਾ ਹੋਵੇ ਕਿ ਅਸੀਂ ਇਸ ਮੁਲਕ ਦੇ ਵਿੱਚ ਸਰਕਾਰ ਸਾਡੇ ਵਾਸਤੇ ਹੈ, ਸਾਡੀ ਸੁਣਦੀ ਹੈ। ਕਿਉਂਕਿ ਮੋਦੀ ਸਾਹਿਬ ਨੇ ਚੰਗੇ ਕੰਮ ਕੀਤੇ ਨੇ ਔਰ ਉਹਦੇ ਮੈਂ ਐਪਰੀਸ਼ੀਏਟ ਕਰਦਾ, ਪਰ ਜਿਹੜੇ ਕੰਮ ਤੁਹਾਡੇ ਤੋਂ ਅਣਗੌਲੇ ਗਏ, ਜਾਂ ਜਿੱਦਾਂ ਇੰਦਰਾ ਗਾਂਧੀ ਨੂੰ ਐਡਵਾਈਸ ਕਰਨ ਵਾਲੇ ਸੀ ਨਾ ਕਿ ਗੋਲਡਨ ਟੈਂਪਲ 'ਚ ਵੜ ਜਾ, ਮੁਲਕ ਤਬਾਹ ਕਰ ਲਿਆ ਉਹਨੇ, ਤੁਹਾਨੂੰ ਵੀ ਐਡਵਾਈਸ ਕਰਨ वाले है कि सिखों से बात नहीं करनी चाहिए, ये इनके मसले नहीं हल करने चाहिए, उन्हें तो खबरदार रहना चाहिए।
ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਬਹੁਤ ਡਿਟੇਲ ਦੇ ਵਿੱਚ ਸਾਨੂੰ 84 ਦਾ ਜਿਹੜਾ ਸਾਰਾ ਵਾਕਿਆ ਹੋਇਆ ਉਹਦੇ ਬਾਰੇ ਦੱਸਿਆ, ਔਰ ਤੁਹਾਡੇ ਪਿਤਾ ਜੀ ਦੀ ਜੋ ਕੰਟਰੀਬਿਊਸ਼ਨ ਰਹੀ ਉਹਦੇ ਬਾਰੇ ਗੱਲ ਕੀਤੀ, ਔਰ ਜਿੱਥੋਂ ਤੁਹਾਡਾ ਸਿਆਸੀ ਕੈਰੀਅਰ ਸਟਾਰਟ ਹੁੰਦਾ ਹੈ। ਸੋ ਮੈਂ ਤੁਹਾਡਾ ਵਿੰਟੇਜ ਸਟੂਡੀਓ ਦੀ ਟੀਮ ਵੱਲੋਂ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ। ਥੈਂਕ ਯੂ। ਅੱਜ ਤੁਸੀਂ ਮੈਨੂੰ ਵੀ ਕਈ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾ ਦਿੱਤੀਆਂ, ਕਿਉਂਕਿ ਇੱਕ ਲੰਬਾ ਸਫ਼ਰ ਹੈ ਮੇਰਾ ਵੀ ਇਸ ਧਾਰਮਿਕ ਰਾਜਨੀਤੀ ਕਹਿ ਲਓ, ਸਿੱਖ ਸਿਆਸਤ ਦੀ ਰਾਜਨੀਤੀ ਕਹਿ ਲਓ, ਸਿੱਖ ਮਸਲਿਆਂ ਦੀ ਗੱਲ ਕਰ ਲਓ, ਐਜੂਕੇਸ਼ਨ ਅਦਾਰਿਆਂ ਦੀ ਗੱਲ ਕਰ ਲਓ, ਗੁਰੂ ਧਾਮਾਂ ਦੀ ਗੱਲ ਕਰ ਲਓ। ਅੱਜ ਮੇਰੀ ਵੀ ਸਾਰੀ ਮੈਮਰੀ ਜਿਹੜੀ ਹੈ ਨਿਭਾਈ ਹੋਈ ਹੈ। ਬਹੁਤ ਬਹੁਤ ਧੰਨਵਾਦ। ਸੋ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। दादाजी के टाइम पे बहुत अलग सिचुएशंस थी, ऑपोजिशंस कम थी, लोगों में विश्वास ज़्यादा था। करंटली ऑपोजिशन बहुत है, विश्वास बहुत कम है। सो उस टाइम पे एक काम करवाना और इस टाइम पे वही काम कराना, ज़मीन आसमान का फ़र्क है। अपने फादर का जो जर्नी है उसको बहुत अच्छा आगे कंटिन्यू किया है, एंड जितना वो कर सकते हैं, एंड बहुत बहुत स्ट्रगल फिल्ड लाइफ थी दादाजी की भी, एंड ऑफ कोर्स पापा की भी। एंड इट्स नॉट एंडेड स्ट्रगल, बिल्कुल अभी भी स्ट्रगल्ड लाइफ चल रही है। आई थिंक दोनों की जर्नी में एक चीज़ कॉमन है कि फर्स्ट इज़ द कि सिख कौम के लिए काम, एनीथिंग जस्ट फॉर द सिख कम्युनिटी। ਮੈਨੂੰ ਜਿੱਥੇ ਜੋ ਅੱਜ ਵੀ ਇੱਕ ਮੈਮਰੀ ਹੈਗੀ ਦੈਟ ਡੇ ਅਗਸਤ ਦਾ ਮੰਥ ਸੀਗਾ, ਇਟ ਵਾਸ ਰਾਖੀ ਜਦ ਅਟੈਕ ਹੋਇਆ ਸੀ ਤੇ ਮੌਬ ਵਾਸ ਵੈਰੀ ਪੈਨਿਕਿੰਗ ਦੈਟ ਡੇ, ਐਂਡ ਵੀ ਵਰ ਆਲਸੋ ਵੈਰੀ ਸਕੈਰਡ ਕਿ ਇਹ ਕੀ ਹੋਇਆ। ਸੋ ਦੈਟ ਡੇ ਅਸੀਂ ਸਾਡੇ ਲਈ ਇਟ ਵਾਸ ਅ ਵੈਰੀ ਹਾਰਡ ਮੂਵਿੰਗ ਸਿਚੁਏਸ਼ਨ, ਐਂਡ ਵੀ ਥੋਟ ਕਿ ਇਹ ਸਭ ਸਾਡੇ ਲਈ ਨਹੀਂ ਬਣਿਆ, ਵੀ ਸ਼ੁੱਡ ਲਾਈਕ ਜਸਟ pack up and we should just get over it. But I think jo whatever is written, we have to go by it, and sada guru was very strong, and we overcome that situation with even more spirit and with even more energy.